ਹੁਣ ਇਹੀ ਗੱਲ ਇੱਥੇ ਸ਼੍ਰੀ ਕ੍ਰਿਸ਼ਨ ਕਹਿ ਰਹੇ ਆ ਕਿ ਜੀਵਨ ਦੁੱਖ ਵੀ ਹੈ, ਜੀਵਨ ਖੇਲ ਵੀ ਹੈ, ਤਾਂ ਜੀਵਨ ਆਨੰਦ ਵੀ ਹੈ। ਹੁਣ ਇੱਕ ਇਨਸਾਨ ਉਹ ਹੈ ਜਿਹਨੂੰ ਗੁਰੂ ਨਹੀਂ ਮਿਲਿਆ, ਉਹਦੇ ਵਾਸਤੇ ਜੀਵਨ ਇੱਕ ਦੁੱਖ ਹੈ, ਕਿਉਂਕਿ ਉਹਨੂੰ ਜ਼ਿੰਦਗੀ ਜੀਣ ਦੀ, ਗੱਡੀ ਚਲਾਉਣ ਦੀ, ਜ਼ਿੰਦਗੀ ਦੀ ਗੱਡੀ ਚਲਾਉਣ ਦੀ ਕਲਾ ਹੀ ਨਹੀਂ ਆਉਂਦੀ ਉਹਨੂੰ। ਇਸ ਲਈ ਉਹਦੇ ਵਾਸਤੇ ਜੀਵਨ ਇੱਕ ਕੀ ਹੈ? ਦੁੱਖ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਕਿ ਜ਼ਿੰਦਗੀ ਜੀਣੀ ਕਿੱਦਾਂ ਹੈ। ਇਹ ਤਾਂ ਜ਼ਰਾ ਸੋਚ ਕੇ ਦੇਖੋ, ਬਹੁਤ ਜੀਵ ਇਦਾਂ ਦੇ ਬੈਠੇ ਹੈ ਕਿ ਇੱਥੇ ਕਾਫੀ ਜੀਵ ਨਵੇਂ ਹੈ। ਕਿਤੇ ਦਰਬਾਰ ਤੇ ਬੈਠੇ ਹੋਏ ਤਾਂ ਪੁੱਛੀਦਾ ਨਾ ਕਿ ਦੱਸੋ ਵੀ ਸਤਸੰਗ ਵਿੱਚ ਆਉਣ ਨਾਲ ਕਿੰਨੇ ਜੀਵਾਂ ਨੂੰ ਜ਼ਿੰਦਗੀ ਜੀਣ ਦੀ ਕਲਾ ਮਿਲੀ ਹੈ, ਕਿੰਨੇ ਜੀਵਾਂ ਦੇ ਜੀਵਨ 'ਚ ਆਨੰਦ ਆਇਆ, ਕਿੰਨੇ ਜੀਵਾਂ ਨੂੰ ਖੁਸ਼ੀ ਮਿਲੀ ਹੈ, ਤਾਂ ਤਕਰੀਬਨ ਸਾਰੇ ਪੰਡਾਲ ਦੇ ਹੱਥ ਖੜ ਜਾਂਦੇ ਕਿ ਮਾਲਕੋ ਸਤਸੰਗ ਸੁਣ ਕੇ ਵਾਕਈ ਜ਼ਿੰਦਗੀ 'ਚ ਆਨੰਦ ਕਿੱਦਾਂ ਲਿਆਇਆ ਜਾਂਦਾ, ਕਿੱਦਾਂ ਆਨੰਦ ਨਾਲ ਜੁੜਿਆ ਜਾਂਦਾ, ਪਤਾ ਲੱਗ ਗਿਆ। ਕਿਉਂਕਿ ਬਹੁਤ ਜੀਵ ਇੱਦਾਂ ਦੇ ਜਿਹੜੇ ਕਹਿੰਦੇ ਹੈ ਕਿ ਅਸੀਂ ਮਰਨ ਤੱਕ ਨੂੰ, ਯਾਨੀ ਸੋਚ ਲਿਆ ਸੀ, ਮਰਨ ਤੱਕ ਦੀ ਸੋਚ ਆ ਗਈ ਸੀ, ਇੰਨੇ ਡਿਪਰੈਸ਼ਨ 'ਚ ਚਲੇ ਗਏ ਸੀ, ਇੰਨੇ ਅਸੀਂ ਨਿਰਾਸ਼ ਹੋ ਗਏ ਸੀ, ਪਰ ਜਿੱਦਾਂ ਹੀ ਸਤਸੰਗ ਸੁਣਿਆ ਤਾਂ ਸਾਡੀ ਉਹ ਸੋਚ ਹੀ ਬਦਲ ਗਈ ਕਿ ਜੀਵਨ 'ਚ ਠੀਕ ਹੈ ਦੁੱਖ ਹੈ, ਪਰੇਸ਼ਾਨੀਆਂ ਹੈ, ਪਰ ਇਹ ਦੁੱਖ ਉਦੋਂ ਤੱਕ ਹੈ ਜਦ ਤੱਕ ਸਾਨੂੰ ਉਹ ਖੁਸ਼ੀਆਂ ਨੂੰ ਪਾਉਣ ਦੀ ਕਲਾ ਨਹੀਂ ਆਉਂਦੀ। ਇਹ ਪਿਆਸ ਉਦੋਂ ਤੱਕ ਹੈ ਜਦ ਤੱਕ ਪਾਣੀ ਨੂੰ ਪੀਣ ਦਾ ਜਾਂ ਪਾਣੀ ਤੱਕ ਪਹੁੰਚਣ ਦਾ ਸਾਨੂੰ ਰਸਤਾ ਨਹੀਂ ਮਿਲਦਾ। ਜਦੋਂ ਪਾਣੀ ਮਿਲ ਜਾਂਦਾ ਹੈ ਤਾਂ ਉਹੀ ਪਿਆਸ ਵੀ ਆਨੰਦ ਵੀ ਦਿੰਦੀ ਹੈ। ਪਾਣੀ ਪੀ ਕੇ ਬੰਦਾ ਕਿੰਨਾ ਆਨੰਦਿਤ ਹੁੰਦਾ ਹੈ। ਇਸ ਲਈ ਜਿਨ੍ਹਾਂ ਦੇ ਕੋਲ ਗੁਰੂ ਨਹੀਂ ਹੈ, ਸ਼੍ਰੀ ਕ੍ਰਿਸ਼ਨ ਕਹਿੰਦੇ ਉਹਦੇ ਵਾਸਤੇ ਜ਼ਿੰਦਗੀ ਇੱਕ ਸਮੱਸਿਆ ਹੈ। ਫਿਰ ਜਿਹਨੂੰ ਗੁਰੂ ਮਿਲ ਜਾਂਦਾ ਹੈ ਉਹਦੇ ਵਾਸਤੇ ਜ਼ਿੰਦਗੀ ਇੱਕ ਖੇਲ ਬਣ ਜਾਂਦੀ ਹੈ। ਉਹ ਇਸੇ ਤਰ੍ਹਾਂ ਜ਼ਿੰਦਗੀ ਨਾਲ ਖੇਡਦਾ ਹੈ ਜਿੱਦਾਂ ਇੱਕ ਸਪੇਰਾ ਸਪਨਾ ਖੇਲਦਾ ਹੈ। ਤਾਂ ਜਿਹੜਾ ਗੁਰੂ ਦੇ ਰਸਤੇ ਚੱਲ ਕੇ ਉਹ ਪਰਮਾਨੰਦ ਨੂੰ ਪਾ ਲੈਂਦਾ ਹੈ, ਪ੍ਰਭੂ ਨੂੰ ਪਾ ਲੈਂਦਾ, ਉਹਦੇ ਵਾਸਤੇ ਜ਼ਿੰਦਗੀ ਇੱਕ ਆਨੰਦ ਹੈ। ਸਮਝਦੇ ਹੋ ਕਿ ਨਹੀਂ? ਜਿਹਨੂੰ ਗੁਰੂ ਨਹੀਂ ਮਿਲਿਆ ਉਹਦੇ ਵਾਸਤੇ ਦੁੱਖ ਹੈ, ਸਮੱਸਿਆ ਹੈ। ਜਿਹਨੂੰ ਗੁਰੂ ਮਿਲ ਜਾਂਦਾ ਹੈ ਉਹਦੇ ਵਾਸਤੇ ਖੇਲ ਬਣ ਜਾਂਦੀ। ਤਾਂ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਉਹ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਉਹਦੇ ਵਾਸਤੇ ਜ਼ਿੰਦਗੀ ਕੀ ਬਣ ਜਾਂਦੀ ਹੈ? ਆਨੰਦ ਬਣ ਜਾਂਦੀ ਹੈ। ਫਿਰ ਕਬੀਰ ਸਾਹਿਬ ਮੰਗੋ ਅੰਦਰੋਂ ਆਂਦਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨੇ ਆਨੰਦ। ਫਿਰ ਆਨੰਦ ਹੈ। ਸਮਝਦੇ ਹੋ ਕਿ ਨਹੀਂ? ਹੁਣ ਜਰਾ ਇੱਕ ਸਵਾਲ ਤੁਹਾਨੂੰ ਵੀ ਪੁੱਛ ਲਈਏ, ਅੱਜ ਮੌਤ ਤੋਂ ਡਰ ਲੱਗਦਾ ਕਿ ਨਹੀਂ? ਨਹੀਂ ਲੱਗਦਾ? ਸੱਚੀ ਸੱਚ ਬੋਲਿਓ। ਇੱਥੇ ਤਾਂ ਕਹਿ ਦੇਣਾ ਨਹੀਂ ਲੱਗਦਾ, ਨਹੀਂ ਲੱਗਦਾ, ਪਰ ਮੌਤ ਤੋਂ ਡਰ ਤਾਂ ਲੱਗਦਾ ਹੈ। ਕਿਉਂਕਿ ਇੱਥੇ ਹੀ ਪਤਾ ਲੱਗਦਾ ਕਿ ਇਨਸਾਨ ਅੰਦਰ ਕੁਛ ਹੈ ਤਾਂ ਬਾਹਰੋਂ ਕੁਛ। ਸਮਝਦੇ ਹੋ ਕਿ ਨਹੀਂ? ਸੋ ਮੌਤ ਤੋਂ ਸਾਰਿਆਂ ਨੂੰ ਡਰ ਲੱਗਦਾ ਹੈ, ਪਰ ਜਿਹੜਾ ਗੁਰੂ ਯੁਕਤੀ ਦੇ ਜ਼ਰੀਏ, ਮੈਡੀਟੇਸ਼ਨ ਦੇ ਜ਼ਰੀਏ, ਧਿਆਨ ਦੇ ਜ਼ਰੀਏ ਆਪਣੀ ਆਤਮਾ ਨੂੰ ਉਸ ਉਚਾਈ ਤੇ ਲੈ ਜਾਂਦਾ, ਆਪਣੀ ਸੁਰਤੀ ਨੂੰ, ਜਿੱਥੇ ਪਤਾ ਲੱਗਦਾ ਕਿ ਸਰੀਰ ਔਰ ਆਤਮਾ ਇਦਾਂ ਹੈ ਕਿ ਜਦੋਂ ਚਾਹੀਏ ਆਤਮਾ ਨੂੰ ਬਾਹਰ ਲੈ ਜਾਈਏ ਸਰੀਰ ਤੋਂ, ਔਰ ਜਦੋਂ ਚਾਹੀਏ ਇਹਨੂੰ ਅੰਦਰ ਲੈ ਜਾਈਏ। ਇਸ ਲਈ ਕਦੀ ਪੜ੍ਹ ਕੇ ਦੇਖਣਾ ਸੂਖਸ਼ਮ ਸਰੀਰ ਬਾਰੇ, ਕਿਉਂਕਿ ਇਹਦੇ ਬਾਰੇ ਬੜੇ ਸੰਤਾਂ ਫਕੀਰਾਂ ਨੇ ਖੋਲ ਕੇ ਦੱਸਿਆ ਹੈ ਕਿ ਕਿੱਦਾਂ ਮੈਡੀਟੇਸ਼ਨ ਦੇ ਜ਼ਰੀਏ ਤੇਰਾ ਸੂਖਸ਼ਮ ਸਰੀਰ, ਇਹ ਸਥੂਲ ਸਰੀਰ, ਸਥੂਲ ਕਹਿ ਦਿੰਦੇ ਆ ਉਹ ਸਰੀਰ ਨੂੰ ਜਿਹੜਾ ਪਕੜ ਵਿੱਚ ਆਉਂਦਾ ਹੈ, ਸੂਖਸ਼ਮ ਕਹਿ ਦਿੱਤਾ ਜਾਂਦਾ ਉਹ ਸਰੀਰ ਨੂੰ ਜੋ ਪਕੜ 'ਚ ਨਹੀਂ ਆਉਂਦਾ, ਨਜ਼ਰ ਨਹੀਂ ਆਉਂਦਾ, ਜਿਹਨੂੰ ਆਪਾਂ ਕਹਿੰਦੇ ਨਾ ਆਤਮਾ ਨਜ਼ਰ ਨਹੀਂ ਆਉਂਦੀ। ਪਰ ਹੁਣ ਜ਼ਰਾ ਗੌਰ ਕਰਨਾ, ਆਤਮਾ ਔਰ ਸਰੀਰ ਅਲੱਗ-ਅਲੱਗ ਹੈ ਜਾਂ ਨਹੀਂ? ਮੰਨਦੇ ਹੋ ਕਿ ਨਹੀਂ ਤੁਸੀਂ? ਹੁਣ ਜੇ ਆਤਮਾ ਔਰ ਸਰੀਰ ਅਲੱਗ ਨਾ ਹੋਣ ਤਾਂ ਮੌਤ ਵੇਲੇ ਹੁੰਦਾ ਕੀ ਹੈ? ਜਰਾ ਸੋਚੋ। ਮੌਤ ਵੇਲੇ ਇਹੀ ਤਾਂ ਹੁੰਦਾ, ਸਰੀਰ ਪਿਆ ਰਹਿੰਦਾ ਤਾਂ ਆਤਮਾ, ਤਾਂ ਹੀ ਤਾਂ ਅਸੀਂ ਕਹਿੰਦੇ ਹੈ ਪਰਮਾਤਮਾ ਮਰਨ ਵਾਲੇ ਦੀ ਆਤਮਾ ਨੂੰ, ਕਿਉਂਕਿ ਸਾਨੂੰ ਵੀ ਪਤਾ ਆਤਮਾ ਕਿਤੇ ਗਈ ਹੈ। ਇਹ ਸਾਰਿਆਂ ਨੂੰ ਪਤਾ ਹੈ ਕਿ ਸਰੀਰ, ਇਹ ਜਿਸਮ, ਇਹ ਬਾਡੀ, ਇਹ ਜਿਹੜਾ ਸਾਡਾ ਹਾਰਡ ਮਾਸ ਦਾ ਬਣਿਆ ਪਿੰਜਰਾ ਹੈ ਨਾ, ਜਿੱਦਾਂ ਸ਼੍ਰੀ ਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ 'ਚ ਕੀ ਕਿਹਾ ਹੈ कि जल की भीत पवन का थंबा रक्त बूंद का गारा हाड मास नाड़ी को पिंजर पंखी वसे बेचारा। वो कहते ये पंखी रहिंदा एक आत्मा दा हड मास के पिंजरे विच। और फिर नाल कहते प्राणी क्या तेरा क्या मेरा जैसे तरवर। वो कहते इत्थे तू कुछ दिनों के वास्ते आया फिर तेरा पंछी उड़ जाना है। समझते हो कि नहीं? हुण यही तो गुरु रहबर दसदे है कि तेरा ये हाड मास का पिंजरा अलग है तो आत्मा रूपी पंछी अलग है। हुण मैडिटेशन ध्यान के जरिए हुंदा की है, सानू यही तो युक्ति गुरु दिंदे है, संत फकीर दिंदे किद्दां असीं जान सकदे हां कि असीं ये शरीर नहीं है। और जिहड़ा इस ज्ञान नूं पा लैंदा है ना उहदे अंदरों मौत दा डर तां सदा वास्ते निकल जांदा, क्योंकि उहनूं पता है शरीर छड्डना। जिद्दां कपड़ा ला के बंदा रख दिंदा उहनूं पता कपड़ा ही है, कपड़ रूप सुहावना, मैं तां अगली यात्रा ते जाना है। उहदे जीवन च इन्ना आनंद आ जांदा है फिर ਉਹਦੇ ਤੇ ਬਾਹਰਲੇ ਹਾਲਾਤਾਂ ਦਾ ਕੋਈ ਅਸਰ ਪੈਂਦਾ ਨਹੀਂ ਹੈ। ਫਿਰ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹ ਸਦਾ ਖੁਸ਼ ਰਹਿੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਕੋਈ ਤਕਲੀਫ ਨਹੀਂ ਆਣੀ। ਜਿੱਦਾਂ ਫਰਜ਼ ਕਰੋ ਕਿਤੇ ਸੱਟ ਲੱਗੀ ਤਾਂ ਖੂਨ ਨਹੀਂ ਨਿਕਲਣਾ, ਖੂਨ ਨਿਕਲਦਾ ਹੈ ਪਰ ਉਹਦਾ ਵੀ ਆਨੰਦ ਲੈਂਦਾ ਹੈ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਹੁਣ ਕਈ ਵਾਰ ਬੰਦਾ ਕਹਿੰਦਾ ਲੈ ਵੀ ਜਿਹਨਾਂ ਰੱਬ ਨੂੰ ਪਾ ਲਿਆ ਉਹਨੂੰ ਕੋਈ ਦੁੱਖ ਨਹੀਂ ਆਉਂਦਾ, ਉਹਦੇ ਕੰਡਾ ਨਹੀਂ ਚੁੱਭਣਾ, ਜੇ ਉਹਦੇ ਇਦਾਂ ਨਹੀਂ, ਤਕਲੀਫਾਂ ਉਹਨਾਂ ਦੇ ਜੀਵਨ 'ਚ ਵੀ ਆਉਂਦੀਆਂ ਹੈ।
ਜਦੋਂ ਜੀਸਸ ਕ੍ਰਾਈਸਟ ਦੇ ਹੱਥਾਂ 'ਚ ਕਿਲ ਠੋਕੇ ਗਏ ਸੀ ਤਾਂ ਖੂਨ ਉਹਨਾਂ ਦੇ ਵੀ ਨਿਕਲਿਆ ਸੀ। ਸਮਝਦੇ ਹੋ ਕਿ ਨਹੀਂ? ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਸੀ, ਗਰਮ ਰੇਤਾ ਉਹਨਾਂ ਦੇ ਸ਼ੀਸ਼ 'ਚ ਪਾਈ ਸੀ, ਤਾਂ ਛਾਲੇ ਉਹਨਾਂ ਦੇ ਜਿਸਮ ਤੇ ਵੀ ਪਏ ਸੀ, ਪਰ ਫਿਰ ਵੀ ਕੀ ਹੋਇਆ? ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਉਹ ਉਦਾਂ ਹੀ ਸੀ। ਇਹਨੂੰ ਕਹਿੰਦੇ ਆਨੰਦ, ਕਿ ਬਾਹਰੋਂ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਅੰਦਰੋਂ ਆਨੰਦ, ਖੁਸ਼ੀ। ਔਰ ਇੱਥੇ ਕੀ ਹੁੰਦਾ ਹੈ? ਇੱਥੇ ਬੰਦਾ ਜ਼ਰਾ ਹੁਣ ਗੌਰ ਕਰਨ ਵਾਲੀ ਗੱਲ ਹੈ, ਨਰਮ ਗੱਦਿਆਂ ਤੇ ਬੈਠਾ ਹੁੰਦਾ, ਏਸੀ ਚੱਲਦੇ ਹੁੰਦੇ, ਫਿਰ ਵੀ ਦੁਖੀ ਹੁੰਦਾ ਹੈ, ਫਿਰ ਵੀ ਹਾਏ ਕੀ ਬਣੂ ਮੇਰਾ, ਹਾਏ ਕੀ ਬਣੂ ਮੇਰੇ ਬੱਚਿਆਂ ਦਾ। ਇਹਦਾ ਮਤਲਬ ਕੀ ਹੈ? ਅੰਦਰ ਅਸੀਂ ਉਹ ਚੀਜ਼ ਨੂੰ ਸਮਝਿਆ ਹੀ ਨਹੀਂ ਹੈ ਕਿ ਕਿੱਡਾ ਵੱਡਾ ਆਨੰਦ ਸਾਡੇ ਅੰਦਰ ਹੈ। ਜਦੋਂ ਅੰਦਰਲੇ ਆਨੰਦ ਨੂੰ ਜਾਣ ਲੈਂਦੇ ਆ ਤਾਂ ਬਾਹਰੋਂ ਕੁਝ ਵੀ ਹੁੰਦਾ ਚਲਾ ਜਾਵੇ, ਬੰਦੇ ਦੀ ਖੁਸ਼ੀ ਕਦੀ ਖਤਮ ਨਹੀਂ ਹੁੰਦੀ। ਇਹਨੂੰ ਕਹਿੰਦੇ ਸੱਚਾ ਸੁੱਖ। ਔਰ ਇਹ ਸੱਚਾ ਸੁੱਖ ਸਭ ਦੇ ਅੰਦਰ ਛੁਪਿਆ ਹੋਇਆ ਹੈ, ਬਸ ਥੋੜੀ ਜਿਹੀ ਮਿਹਨਤ ਕਰਨ ਦੀ ਜ਼ਰੂਰਤ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਥੋੜੀ ਜਿਹੀ ਮਿਹਨਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਸੱਚੇ ਸੁੱਖ ਨੂੰ ਤੁਸੀਂ ਪਾ ਲੈਂਦੇ ਹੋ ਨਾ, ਤਾਂ ਬਾਹਰਲੀਆਂ ਚੀਜ਼ਾਂ ਨਾਲ ਤੁਸੀਂ ਇਦਾਂ ਹੁੰਦੇ ਹੋ ਕਿ ਉਹਨਾਂ ਦਾ ਲਾਭ ਤਾਂ ਲੈਂਦੇ ਹੋ, ਪਰ ਜੇ ਉਹ ਚੀਜ਼ਾਂ ਨੂੰ ਕੁਝ ਹੋ ਵੀ ਜਾਵੇ ਤਾਂ ਤੁਹਾਨੂੰ ਕੋਈ ਫੀਲ ਨਹੀਂ ਹੁੰਦਾ, ਦੁੱਖ ਨਹੀਂ ਹੁੰਦਾ ਕਿ ਮੈਂ ਵੀ ਇਹਦੇ ਪਿੱਛੇ ਰੋ ਕੇ ਆਪਣੀ ਜਾਨ ਹੀ ਗਵਾ ਦੇਵਾਂ। ਇਹਦਾ ਜ਼ਰਾ ਸੋਚ ਕੇ ਦੇਖਣਾ। ਕਈ ਵਾਰ ਹੁੰਦਾ ਨਾ, ਬੰਦੇ ਦੀ ਗੱਡੀ ਨੂੰ ਕੁਝ ਹੋ ਜਾਵੇ ਜਾਂ ਬੰਦੇ ਦੇ ਘਰ ਨੂੰ ਕੁਝ ਹੋ ਜਾਵੇ, ਤਾਂ ਬੰਦਾ ਕਹਿੰਦਾ ਹਾਰਟ ਅਟੈਕ ਆ ਜਾਣਾ ਮੈਨੂੰ, ਹਾਏ ਮੇਰਾ ਘਰ ਚਲਾ ਗਿਆ, ਜਾਂ ਮੇਰਾ ਆਹ ਨੁਕਸਾਨ ਹੋ ਗਿਆ। ਕਈਆਂ ਨੂੰ ਦੇਖਿਆ ਅਸੀਂ ਕਿ ਉਹਨਾਂ ਦੀ ਕਿਤੇ ਨਾ ਕੋਈ ਸੋਨੇ ਦੀ ਚੀਜ਼ ਗਵਾ ਜਾਵੇ, ਰੋਣੋਂ ਨਹੀਂ ਹਟਦੇ, ਹਾਏ ਮੇਰਾ ਸੋਨਾ ਗਵਾ ਦਿਓ। ਭਾਈ ਸੋਨਾ ਤਾਂ ਚਲਾ ਗਿਆ, ਹੁਣ ਆਪਣੇ ਸੋਨੇ ਵਰਗੀ ਕਾਇਆ ਨੂੰ ਕਾਹਤੇ ਗਵਾ ਰਹੇ ਆ ਤੂੰ? ਕਿਉਂਕਿ ਸੋਨਾ ਗਿਆ ਤਾਂ ਮਿਲ ਜਾਣਾ ਹੈ, ਪੈਸਾ ਗਿਆ ਤਾਂ ਮਿਲ ਜਾਣਾ, ਪਰ ਤੇਰੇ ਸਰੀਰ ਨੂੰ ਕੁਝ ਹੋ ਗਿਆ, ਰੋ ਰੋ ਕੇ ਅੱਖਾਂ ਨੂੰ ਕੁਝ ਹੋ ਗਿਆ, ਦਿਲ ਨੂੰ ਕੁਝ ਹੋ ਗਿਆ, ਤੇ ਇਹ ਕਿੱਥੋਂ ਮਿਲਣਾ ਦੁਬਾਰਾ? ਇਹਨਾਂ ਜ਼ਰਾ ਸੋਚ ਕੇ ਦੱਸਿਓ ਸਾਨੂੰ। ਫਰਜ਼ ਕਰੋ ਇੱਕ ਬੰਦਾ ਜਾ ਰਿਹਾ ਹੈ ਇੱਕ ਜੰਗਲ ਦੇ ਵਿੱਚ, ਉਹਦੇ ਕੋਲ 10 ਤੋਲੇ ਸੋਨਾ ਜਾਂ 10 ਕਿਲੋ ਸੋਨਾ ਹੈ, ਉਦਾਹਰਨ ਦੇ ਰਹੇ ਹਾਂ, ਹੀਰੇ ਵੀ ਹੈ, ਮੋਤੀ ਵੀ ਹੈ, ਸਭ ਕੁਝ ਹੈ। ਅੱਗਿਓਂ ਇੱਕ ਡਾਕੂ ਆ ਜਾਂਦਾ ਹੈ ਔਰ ਉਹਦੇ ਕੰਨ ਦੇ ਉੱਪਰ ਪਿਸਤੌਲ ਰੱਖ ਦਿੰਦਾ ਹੈ ਕਿ ਭਾਈ ਹੁਣ ਜਾਂ ਤਾਂ ਜਾਨ ਦੇ ਦੇ, ਜਾਂ ਫਿਰ ਆ 10 ਕਿਲੋ ਸੋਨਾ ਦੇ ਦੇ, ਪੈਸਾ ਦੇ ਦੇ। ਹੁਣ ਉਹ ਕੀ ਦੇਗਾ? ਉਹ ਜਵਾਬ ਤੁਸੀਂ ਦੇਣਾ ਹੈ। ਕੀ ਦੇਗਾ ਉਹ? ਜਾਨ ਦੇ ਦੇਗਾ? ਲੈ ਜਾ ਜਾਨ ਲੈ ਲਾ ਭਰਾਵਾ, ਪੈਸਾ ਨਹੀਂ ਮੈਂ ਦੇਣਾ, ਸੋਨਾ ਨਹੀਂ ਮੈਂ ਦੇਣਾ, 10 ਕਿਲੋ ਸੋਨਾ, ਇਹ ਹੀਰੇ ਮੋਤੀ ਨਹੀਂ ਮੈਂ ਦੇਣੇ, ਜਾਨ ਲੈ ਜਾ ਤੂੰ। ਇਦਾਂ ਕਰੇਗਾ ਉਹ? ਕੀ ਦੇਗਾ ਉਹ? ਜਵਾਬ ਦਿਓ। ਜਵਾਬ ਨਹੀਂ ਆ ਰਹੀ ਤੁਹਾਡੀ? ਭੁੱਖ ਤਾਂ ਨਹੀਂ ਲੱਗੀ ਤੁਹਾਨੂੰ? ਕੋਈ ਨਹੀਂ, ਆਪਾਂ ਥੋੜਾ ਟਾਈਮ ਲੈਣਾ, ਜ਼ਿਆਦਾ ਟਾਈਮ ਨਹੀਂ ਲੈਣਾ ਅਸੀਂ, ਫਿਕਰ ਨਾ ਕਰੋ, ਬਸ ਜਵਾਬ ਦੇ ਦੇ ਇੱਕ ਵਾਰੀ। ਸੋਨਾ ਦੇਗਾ ਨਾ? ਅੱਛਾ ਸੋਨਾ ਕਿਉਂ ਦੇਗਾ? ਜਾਨ ਕਿਉਂ ਨਹੀਂ ਦੇਗਾ? ਜਵਾਬ ਦਿਓ ਸਾਨੂੰ। ਹੈ ਸੋਨਾ ਫਿਰ ਵੀ, ਪਰ ਜਾਨ ਗਈ, ਤੇ ਫਿਰ ਤੁਸੀਂ ਕਿਉਂ ਨਹੀਂ ਸਮਝਦੇ ਇਹ ਚੀਜ਼ਾਂ? ਗੱਡੀ ਨੂੰ ਕੁਝ ਹੋ ਜਾਵੇ ਰੋਣਾ ਸ਼ੁਰੂ ਕਰ ਦਿੰਦੇ ਆ, ਮਾੜੀ ਅੰਗੂਠੀ ਗਵਾ ਜਾਵੇ ਰੋਣਾ ਸ਼ੁਰੂ ਕਰ ਦਿੰਦੇ ਆ, ਆ ਪੈਸਾ 10,000 ਦਾ ਘਾਟਾ ਹੋਏ ਰੋਣਾ ਸ਼ੁਰੂ ਕਰ ਦਿੰਦੇ ਆ, ਬੱਚਾ ਮੋਬਾਈਲ ਤੋੜ ਦਿਓ, ਹਾਏ ਮੋਬਾਈਲ ਤੋੜ ਦਿਓ, ਮਰ ਗਿਆ ਮੈਂ। ਉਹ ਕਮਾਲ ਦੀ ਗੱਲ ਹੈ, ਚੀਜ਼ਾਂ ਪਿੱਛੇ ਅਸੀਂ ਆਪਣੀ ਜਾਨ ਨੂੰ ਦੁਖੀ ਕਰੀ ਜਾਂਦੇ, ਹਾਲਾਂਕਿ ਪਤਾ ਕਿ ਜਾਨ ਜ਼ਿਆਦਾ ਕੀਮਤੀ ਹੈ। ਜਾਨ ਹੈ ਤਾਂ ਜਹਾਨ ਹੈ। ਜੇ ਚੀਜ਼ਾਂ ਪਿੱਛੇ ਰੋ ਰੋ ਕੇ ਦੁਖੀ ਹੋ ਕੇ ਆਪਣੇ ਆਪ ਨੂੰ ਕੋਈ ਰੋਗ ਲਗਾ ਲਿਆ, ਤਾਂ ਯਾਦ ਰੱਖੋ ਚੀਜ਼ ਤਾਂ ਮੁੜ ਕੇ ਮਿਲ ਜਾਣੀ, ਪਰ ਤੰਦਰੁਸਤੀ ਇੱਕ ਵਾਰ ਗਈ ਤਾਂ ਮੁੜ ਕੇ ਪਾਣੀ ਔਖੀ ਹੋ ਜਾਂਦੀ ਹੈ। ਫਿਰ ਕਿੰਨੇ ਪੈਸੇ ਲਾਣੇ ਪੈਂਦੇ, ਸਮਝਦੇ ਹੋ ਕਿ ਨਹੀਂ? ਇੱਕ ਬੰਦਾ ਨਾ ਦੇਖਿਆ ਹੈ ਕਿ 10 15 20 ਲੱਖ ਰੁਪਇਆ ਜੋੜ ਲੈਂਦਾ ਹੈ, ਔਰ ਕਿੱਦਾਂ ਜੋੜਦਾ ਹੈ? ਕੰਮ ਕਰ ਕਰਕੇ, ਸਵੇਰੇ ਸ਼ਾਮ ਕੰਮ ਕਰਨਾ, ਰੈਸਟ ਨਹੀਂ ਕਰਨੀ, ਧਿਆਨ ਨਹੀਂ ਕਰਨਾ, ਔਰ ਫਿਰ ਕੀ ਹੁੰਦਾ ਹੈ? ਇੰਨਾ ਕੰਮ ਕਰਨ ਦੀ ਵਜ੍ਹਾ ਨਾਲ ਖੁਦ ਬਿਮਾਰ ਹੋ ਜਾਂਦਾ। ਫਿਰ ਡਾਕਟਰ ਨੂੰ ਕਹਿੰਦਾ, ਡਾਕਟਰ 10 ਲੱਖ ਰੁਪਇਆ ਲੈ ਲਓ, ਮੈਨੂੰ ਠੀਕ ਕਰ ਦਿਓ। ਉਹ ਭਾਈ ਡਾਕਟਰ ਵਾਸਤੇ ਕਮਾਇਆ ਸੀ ਤੂੰ, ਇਹ ਡਾਕਟਰ ਵਾਸਤੇ ਜੋੜਿਆ ਸੀ ਕਿ ਪਹਿਲਾਂ ਜੋੜ ਲਵਾਂ ਬੇਆਰਾਮ ਹੋ ਕੇ, ਦੁਖੀ ਹੋ ਕੇ, ਆਪਣੇ ਆਪ ਨੂੰ ਪਰੇਸ਼ਾਨ ਕਰਕੇ, ਤਾਂ ਹੁਣ ਜਦੋਂ ਬਿਮਾਰ ਹੋਵਾਂ ਤਾਂ ਉਹੀ ਪੈਸਾ ਜਾ ਕੇ ਡਾਕਟਰ ਨੂੰ, ਹਸਪੀਟਲ ਨੂੰ ਦੇ ਦੇਵਾਂ ਮੈਂ। ਇਹਦੇ ਨਾਲ ਚੰਗਾ ਪਹਿਲਾਂ ਹੀ ਆਪਣੀ ਹੈਲਥ ਦਾ ਖਿਆਲ ਰੱਖਦਾ, ਕੋਈ ਥੋੜਾ ਮੈਡੀਟੇਸ਼ਨ ਕਰਦਾ, ਕੋਈ ਐਕਸਰਸਾਈਜ਼ ਕਰਦਾ, ਕੋਈ ਸਿਹਤ ਦਾ ਖਿਆਲ ਰੱਖਦਾ। ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਅਗਰ ਤੁਸੀਂ ਐਕਸਰਸਾਈਜ਼ ਵਾਸਤੇ, ਸਤਸੰਗ ਵਾਸਤੇ, ਧਿਆਨ ਵਾਸਤੇ ਟਾਈਮ ਨਹੀਂ ਕੱਢਦੇ ਨਾ, ਤਾਂ ਫਿਰ ਤੁਹਾਨੂੰ ਡਾਕਟਰ ਵਾਸਤੇ ਟਾਈਮ, ਹਸਪੀਟਲ ਵਾਸਤੇ ਟਾਈਮ ਇੱਕ ਦਿਨ ਕੱਢਣਾ ਹੀ ਪੈਣਾ ਹੈ। ਤਾਂ ਜਿਹੜਾ ਇਨਸਾਨ ਅੱਛੀ ਸੰਗਤ ਵਿੱਚ ਬਹਿੰਦਾ ਹੈ, ਥੋੜੀ ਐਕਸਰਸਾਈਜ਼ ਕਰਦਾ ਹੈ, ਔਰ ਨਾਲ ਨਾਲ ਮੈਡੀਟੇਸ਼ਨ ਯਾਨੀ ਧਿਆਨ ਕਰਦਾ ਹੈ, ਪ੍ਰਭੂ ਦਾ ਸਿਮਰਨ ਕਰਦਾ ਹੈ, ਫਿਰ ਸਦਾ ਡਾਕਟਰਾਂ ਦੇ ਖਰਚਿਆਂ ਤੋਂ ਬਚਿਆ ਰਹਿੰਦਾ ਹੈ। ਇਹ ਸਮਝ ਲੈਣਾ ਸਾਰਿਆਂ ਨੂੰ। ਔਰ ਇਹ ਹਮੇਸ਼ਾ ਐਸੀ ਦੱਸੀਦਾ ਹੈ ਕਿ ਇਦਾਂ ਦੀਆਂ ਹਜ਼ਾਰਾਂ ਹੀ ਚੀਜ਼ਾਂ ਕਿ ਧਿਆਨ ਕਰਨ ਵਾਲੇ ਜੀਵ ਦੇ ਜੀਵਨ ਚੋਂ ਨਾ ਦਵਾਈਆਂ ਜਿਹੜੀਆਂ ਹੈ ਉਹ ਘਟਦੀਆਂ ਚਲੀਆਂ ਜਾਂਦੀਆਂ ਹੈ। ਸਮਝਦੇ ਹੋ ਕਿ ਨਹੀਂ? ਉਹਨੂੰ ਦਵਾਈਆਂ ਖਾਣ ਦੀ ਵੀ ਲੋੜ ਨਹੀਂ ਪੈਂਦੀ। ਇਹ ਗੱਲ ਯਾਦ ਰੱਖਣਾ ਹਮੇਸ਼ਾ, ਕਿਉਂਕਿ ਉਹਨੂੰ ਜੇ ਬੁਖਾਰ ਵੀ ਆਵੇ ਨਾ ਤਾਂ ਵੀ ਉਹਨੂੰ ਦਵਾਈ ਖਾਣ ਦੀ ਲੋੜ ਨਹੀਂ। ਉਹਨੂੰ ਪਤਾ ਬੁਖਾਰ ਆਇਆ ਤਾਂ ਕੱਲ ਤੱਕ ਠੀਕ ਵੀ ਹੋ ਜਾਣਾ ਹੈ, ਕਿਉਂਕਿ ਉਹਦੀ ਇਮਿਊਨਿਟੀ ਸਿਸਟਮ ਇੰਨਾ ਸਟਰੋਂਗ ਹੋ ਜਾਂਦਾ ਹੈ ਕਿ ਬਿਮਾਰੀਆਂ ਦਾ ਅਸਰ ਵੀ ਉੱਤੇ। ਇਹ ਤਾਂ ਕਈ ਪਤਾ ਕੀ ਹੈ,
और मैं तो जब तक 4 गोलियां खा लावां पूरा दिन नहीं तुर सकदा। वो तुरदा ही दवाइयां दे सहारे है। समझदे हो कि नहीं? वो जिंदगी मिली है दवाइयां दे सहारे कटनी है सी नहीं। एडी वड्डी रहमत तेरे अंदर है, एडी वड्डी शक्ति परमात्मा तेरे अंदर है। जरा सोच के ते जदों उन्हें तेनू बनाया सी तो किसी दवाई का सहारा नहीं लिया सी। बोलो समझदे हो कि नहीं? अजकल बच्चों नूं तुसीं देखिया ना, हर पैदा होने वाले बच्चे नूं पीलिया हो जाता है। क्यों होंदा है? क्योंकि गर्भ में दवाइयां ही माता नूं इन्नियां आ टॉनिक देना है, आ देना है, ओ देना है। जरा हुण गौर करना, वो जिन्ना जिन्नियां अंदर चीज़ां जांदियां किते ना किते असर उहदा हो के रहिंदा है। सो अज ऐसे देसी नुस्खे ऐसे कुछ हैगे है कि अगर बंदा उन्हां दी पालना करे तो किसी दवाई की बंदे नूं जरूरत है ही नहीं। तो ना बच्चे नूं जमदे नूं पीलिया होवे तो ना ही कोई नुकसान होवे। जरा समझना सारिਆਂ ने, क्योंकि कुदरत ने बहुत चीज़ां ऐसियां रखियां हुई हैं कि अगर इंसान वो चीज़ों का इस्तेमाल करता है तो फिर इंसान नूं होर किसी सहारे की जरूरत पैंदी नहीं है। उद्दां ही इंसान के जीवन च एक एनर्जी, एक ऊर्जा, एक ताकत, एक शक्ति बनी रहती है। बोलो समझते हो कि नहीं? इस करके ये थोड़ा जिहा ये गल याद रखनी कि जे जीवन च बीमारी है, तकलीफ है, दुख है तो परमात्मा ने हल भी हर चीज़ का रखिया होया। बस सानू जरूरत है उन्हां गुरुआं रहबरां दी, उन्हां फकीरां दे नाल जुड़न दी, वो युक्ति लैण दी जिहड़े सानू युक्ति दस सकण कि किद्दां असीं अपने अंदरली उस शक्ति नूं जाण सकदे हां, किद्दां अपने अंदर बैठे परमात्मा दी रहमत दा असीं इस्तेमाल कर सकदे हां। क्योंकि जिद्दां दस्सिया ना, गड्डी तां है, जे उहदा आनंद लैणा तां चलाण दी कला तां सानू कोई सीखनी पैणी है जिहनूं गड्डी चलाणी आंदी है। इसी तरह अंदर रब ने सब कुछ रखिया होया है। बोलो समझदे हो कि नहीं? क्योंकि ਅਸੀਂ कह ਦਿੰਦੇ ना कि परमात्मा साडे सब दे अंदर वसदा है। ਇਹਦਾ मतलब जे अंदर वसदा है तो ਉਹਦੀ रहमत, ਉਹਦੀਆਂ ਸਾਰੀਆਂ ਸ਼ਕਤੀਆਂ भी साडे अंदर ही है। बस लोड़ ਤਾਂ ਉਹਨੂੰ ਜਾਣਨ ਦੀ है, लोड़ ਤਾਂ ਉਹਨੂੰ ਸਮਝਣ ਦੀ है। ਤਾਂ ਹੀ ਤਾਂ ਕਿਹਾ ਗਿਆ है ना, कस्तूरी कुंडल भसे मृग दौड़े बन माही, ऐसे घट घट राम है दुनिया जाने नाही। कि कस्तूरी यानी परमात्मा तो तेरे अंदर ही वसदा है, पर तू ही ਉਹਨੂੰ ਜਾਣਨ ਦੀ कोशिश नहीं करता। जो तिल्लन में तेल है, जू चकमक में आग, तेरा साईं तुझ में है जाग सके तो। कि तेरा साईं तेरे अंदर ही है, तेरा साईं परमात्मा तेरे अंदर ही है। जागन की लोड़ तैनू है, तू ही अंदर अखा बंद कीतियां हुई है। इसलिए अंदरली तरफ जदों साडी अख खुलदी है ना, अंदरली तरफ जदों साडी सुरती जाती है तो फिर पता लगता है कि अंदर मेरे किहड़ियां किहड़ियां ताकतां काम करदियां। हुण जरा गौर करना, एक घर है जिहदे घर दे गेट दे बाहर ही तुसीं घुमदे हो। समझदे हो कि नहीं? ਇਹਦਾ ਜੀ ਜਵਾਬ ਦੇਣਾ, ਫਿਰ सत्संग ਨੂੰ समाप्ति ਵੱਲ ਲੈ ਕੇ ਜਾਣਾ ਅਸੀਂ, ਫਿਰ सत्संग ਦੀ समाप्ति करनी है। एक घर ਦੇ ਨਾ गेट ਦੇ ਬਾਹਰ ਹੀ ਤੁਸੀਂ ਘੁੰਮਦੇ ਹੋ ਤਾਂ ਤੁਹਾਨੂੰ ਪਤਾ ਉਹ ਘਰ ਦੇ ਅੰਦਰ ਕੀ ਕੀ ਹੈ? ਜਵਾਬ ਦਿਓ ਸਾਨੂੰ। ਪਤਾ ਅੰਦਰ ਕਿਹੜੇ ਖਜ਼ਾਨੇ ਰੱਖੇ ਹੋਏ ਹੈ? ਪਤਾ ਕਦੋਂ ਲੱਗੇਗਾ? ਜਦੋਂ ਉਹ ਦਰਵਾਜ਼ਾ ਖੋਲ ਕੇ घर ਦੇ ਅੰਦਰ ਜਾ ਕੇ ਦੇਖੋਗੇ। ਇਸੇ ਤਰ੍ਹਾਂ ਇਹ ਸਰੀਰ ਵੀ ਇੱਕ घर है, पर हर वेले बंदे का ध्यान बाहर है। समझते हो? बाहर ही है ना, हर वेले बाहर है। एक सौण वेले अखां बंद होंदियां, पर जो सौंदा बंदा तो फिर सपनियां च गुआ जाता, फिर भी नहीं पता अंदर की चल रहा है। इसलिए जान ये उद्दां ही हुंदा कि घर के अंदर खजाना है, पर किसी ने बेहोश करके अंदर फेरी दे दिओ तो फिर पुछो हाँ भी देख के आया अंदर, तो भाई बेहोश नूं की पता अंदर की सी। इस तरह नींद में बंदे नूं की पता कि मेरे अंदर की है। पर तुसीं एक गल महसूस की होएगी, ये गल दी जो तुसीं आप गवाही भी दोगे और इसका जवाब भी सानू देना है कि तुसीं जिन्ने मर्जी थके होवो, जदों तुसीं गुड़ी नींद सौ जाते हो, सवेर नूं उठदे हो तो तुहानू हल्कापन कितना लगता है, कितना लगता कि एनर्जी आ गई मेरे अंदर, आंदी है कि नहीं? वो क्यों? वो काते? ਉਹਦਾ कारण है कि चाहे तुसीं बेहोशी विच ही अंदर जाते हो, पर अंदर जाण नाल ही तुहानू इन्नी शक्ति मिल जाती है कि दूजे दिन पूरी तरह तुसीं सारे काम करन नूं तैयार हो जाते हो। हुण जे बेहोशी विच अंदर जाण नाल इन्नी एनर्जी मिल सकती है, तो जदों जागदे हुए अंदर जावांगे, उहनूं देखांगे, तो फिर सोचो कितनी शक्ति आएगी, फिर कितनी शक्ति पैदा होएगी, फिर तो कोई कमी जीवन च रह ही नहीं जाएगी। इसलिए अज विज्ञान ने ताही असी सानू वो शोध बड़ी प्यारी लगती जो एक विज्ञानिक सर्च करके गल कहता है। अज विज्ञान भी मानता है कि अगर तू 8 घंटे की नींद लैंदा है ना और 2 घंटे तू गहरे ध्यान में जाता है, तो तेरी 8 घंटे की नींद तो भी ज्यादा वधिया एनर्जी तेनू 2 घंटे के गहरे मैडिटेशन में मिल जाती है। जरा हुण सोचना, ताही तो श्री कृष्ण ने कहा है गीता के अंदर कि जोगी उदों भी जागदा जदों सारी दुनिया सुत्ती हुंदी है,
ਤਾਂ ਗੁਰਬਾਣੀ 'ਚ ਵੀ ਲਾਈਨ ਆਈ ਹੈ ਨਾ ਕਿ भिन्नी ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਕਿ ਜਦੋਂ ਤਾਰੇ ਚਮਕਦੇ ਆ ਨਾ ਸਾਰੀ ਦੁਨੀਆ ਸੌਂਦੀ ਹੈ, ਪਰ ਕੌਣ ਜਾਗਦਾ ਹੈ? ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਯਾਨੀ ਉਹ ਰਾਮ ਦੇ ਪਿਆਰੇ, ਉਹ ਰਾਮ ਨਾਲ ਆਪਣੇ ਪ੍ਰਭੂ ਨਾਲ ਪਿਆਰ ਕਰਨ ਵਾਲੇ ਜਾਗਦੇ ਹੈ। ਹੁਣ ਅਸੀਂ ਇਹ ਵੀ ਨਹੀਂ ਕਹਾਂਗੇ ਕਿ ਸਾਰੀ ਰਾਤ ਬੈਠੇ ਰਹੋ, ਨਹੀਂ, ਕਿਉਂਕਿ ਅੰਮ੍ਰਿਤ ਵੇਲਾ ਹੈ। ਸੂਰਜ ਨਿਕਲਣ ਤੋਂ 1.5 ਘੰਟਾ ਪਹਿਲਾਂ ਉੱਠੀਏ ਨਾ, ਅਗਰ ਤੁਸੀਂ ਸਹੀ ਢੰਗ ਦੇ ਨਾਲ, ਸਹੀ ਤਰੀਕੇ ਦੇ ਨਾਲ, ਸਹੀ ਵਿਧੀ ਨਾਲ ਅਗਰ ਅੱਧਾ ਘੰਟਾ ਵੀ ਤੁਸੀਂ ਧਿਆਨ ਕਰ ਲਵੋ ਤਾਂ ਇੰਨੀ ਸ਼ਕਤੀ ਤੁਹਾਨੂੰ ਆਪਣੇ ਅੰਦਰ ਫੀਲ ਹੋਏਗੀ ਕਿ ਤੁਸੀਂ ਕਹੋਗੇ ਦੱਸੋ ਵੀ ਪਹਾੜ ਚੜ੍ਹਨਾ ਮੈਂ ਚੜ੍ਹਨ ਨੂੰ ਤਿਆਰ। ਲੋ ਸਮਝ ਲਓ। ਪਰ ਅੱਜ ਅਸੀਂ ਕਈ ਵਾਰ ਦੱਸੀ ਨਾ, ਕਿਸੇ ਨੌਜਵਾਨ ਨੂੰ ਕਹੋ ਨਾ, ਨੌਜਵਾਨ ਦੀ ਗੱਲ ਕਰੋ, ਕਿਸੇ ਨੂੰ ਵੀ ਕਹੋ ਆ ਭਾਈ ਆ 2 ਕਿਲੋਮੀਟਰ ਤੁਰ ਕੇ ਜਾਣਾ ਹੈ, 2 ਕਿਲੋਮੀਟਰ ਤੁਰਨਾ, ਨਹੀਂ ਭਾਈ ਮੈਂ ਨਹੀਂ ਤੁਰ ਸਕਦਾ। ਲੋ ਸਮਝ ਲਓ, ਹੋ ਜਾਣਾ ਨਹੀਂ। ਪਰ ਅਸੀਂ ਤੁਹਾਨੂੰ ਕਹਾਂਗੇ ਜਰਾ ਹੁਣ ਗੌਰ ਕਰਨਾ। ਇੱਥੇ ਲੜਕੇ ਗਵਾਹ ਹੈ ਕਿ ਅਸੀਂ ਸਵੇਰੇ ਸਵੇਰੇ ਜਦੋਂ ਕਦੀ ਸੈਰ ਕਰਨ ਜਾਈਦਾ ਸੀ ਨਾ ਦੌੜਨ, ਤਾਂ ਅਸੀਂ ਇੱਕ ਟਾਈਮ ਰੱਖਿਆ ਹੁੰਦਾ ਕਿ 10 ਕਿਲੋਮੀਟਰ ਤੋਂ ਪਹਿਲਾਂ ਨਹੀਂ ਰੁਕਣਾ। ਇੱਕ ਵਾਰੀ ਸ਼ੁਰੂ ਕਰਨਾ ਤਾਂ 10 ਕਿਲੋਮੀਟਰ ਤੇ ਜਾ ਕੇ ਰੁਕਣਾ, ਫਿਰ ਉੱਥੋਂ ਸ਼ੁਰੂ ਕਰਨਾ, ਫਿਰ 10 ਕਿਲੋਮੀਟਰ ਦਰਬਾਰ ਦੇ ਗੇਟ ਮੂਹਰੇ ਆ ਕੇ ਰੁਕਣਾ, ਵਿੱਚ ਇੱਕ ਬ੍ਰੇਕ ਨਹੀਂ ਲਾਣੀ। ਕਿਉਂਕਿ ਇੰਨਾ ਹੋਣਾ ਚਾਹੀਦਾ એનર્ਜੀ ਕਿ ਇਨਸਾਨ ਮਨ 'ਚ ਸੋਚਦਾ ਹੈ ਕਿ ਭਾਈ ਆਹ ਕੰਮ ਦੁਨੀਆ ਕਹਿੰਦੀ ਮੇਰੇ ਤੋਂ ਨਹੀਂ ਹੋਣਾ, ਲੈ ਦੱਸ ਕੀ ਕਰਨਾ, ਮੈਂ ਕਰਨ ਨੂੰ ਤਿਆਰ ਹਾਂ। ਇੰਨੀ ਪਾਵਰ ਹੈ। ਹੁਣ ਜਰਾ ਗੌਰ ਕਰਨਾ, ਇੱਕ ਇੰਜਣ ਹੈ ਗੱਡੀ ਦਾ, ਉਹ 100 ਡੱਬਾ ਉਦੋਂ ਹੀ ਖਿੱਚ ਸਕਦਾ ਜਦੋਂ ਉਹਦੇ ਅੰਦਰ ਪੂਰੀ ਕੀ ਹੋਵੇ? ਪਾਵਰ ਹੋਵੇ, ਪੂਰੀ એનર્ਜੀ ਹੋਵੇ। ਇਸੇ ਤਰ੍ਹਾਂ ਅਗਰ ਤੁਹਾਡੀ એનર્ਜੀ ਭਰਪੂਰ ਹੈ ਨਾ, ਤਾਂ ਤੁਸੀਂ ਕਹਣਾ ਦੱਸੋ ਵੀ ਕੀ ਕਰਨਾ ਹੈ। ਮੈਂ ਅੱਗੇ ਅੱਗੇ ਦੇਖੋ, ਤੁਸੀਂ ਆਓ ਮੇਰੇ ਪਿੱਛੇ ਪਿੱਛੇ। ਤੁਸੀਂ ਤਾਂ ਉਹਨਾਂ ਨੂੰ ਵੀ ਹੱਥ ਫੜ ਕੇ ਖਿੱਚਦੇ ਫਿਰੋਗੇ ਜਿਹੜੇ 2 ਕਦਮ ਤੁਰਨ ਨੂੰ ਤਿਆਰ ਨਹੀਂ। ਇਹਨੂੰ ਕਹਿੰਦੇ ਜ਼ਿੰਦਗੀ। ਆਹ ਕੋਈ ਜ਼ਿੰਦਗੀ ਹੈ ਕਿ ਲੈ ਵੀ ਉੱਥੇ ਤੱਕ ਜਾਣਾ, ਮੋਟਰਸਾਈਕਲ ਦੀ ਲੋੜ ਹੈ, ਗੱਡੀ ਦੀ ਲੋੜ ਹੈ, ਬਿਨਾਂ ਗੱਡੀ ਤੋਂ ਨਹੀਂ ਜਾ ਸਕਦੇ। ਨਹੀਂ, ਜ਼ਿੰਦਗੀ ਦਾ ਮਤਲਬ ਹੈ ਕਿ ਠੀਕ ਹੈ ਗੱਡੀ ਦੀ ਸਹੂਲਤ ਹੈ, ਅਸੀਂ ਇਹ ਨਹੀਂ ਕਹਿੰਦੇ ਗੱਡੀਆਂ 'ਚ ਨਾ ਬੈਠੋ ਜਾਂ ਮੋਟਰਸਾਈਕਲਾਂ ਤੇ ਨਾ ਬੈਠੋ, ਬੈਠੋ, ਪਰ ਉਦਾਂ ਵੀ ਆਪਣੀ એનર્ਜੀ ਇੰਨੀ ਰੱਖੋ ਕਿ ਅਗਰ ਇਹ ਨਾ ਵੀ ਹੋਵੇ ਤਾਂ ਵੀ ਮੈਂ ਦੌੜ ਕੇ ਸਭ ਕੁਝ ਕਰਨ ਨੂੰ ਤਿਆਰ ਹੈ। ਇੰਨਾ ਮੈਨੂੰ ਆਪਣੇ ਆਪ ਤੇ ਪਤਾ ਹੈ। ਇਹ એનર્ਜੀ ਹੈ ਸਾਡੀ। ਸਮਝ ਆ ਰਹੀ ਕਿ ਨਹੀਂ? ਤੁਹਾਡੇ ਅੰਦਰ ਹੈ, ਪ੍ਰਮਾਤਮਾ ਨੇ ਰੱਖਿਆ ਹੋਇਆ। ਕਿਉਂਕਿ ਉਹ ਏਡੀ ਵੱਡੀ ਸ਼ਕਤੀ, ਜਿੱਦਾਂ ਅਸੀਂ ਦੱਸੀਦਾ ਕਿ ਸਰਵ ਸ਼ਕਤੀਸ਼ਾਲੀ ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ, ਪਰ ਉਹ ਸ਼ਕਤੀ ਨੂੰ ਬਾਹਰ ਤਾਂ ਲਿਆਣਾ ਹੀ ਪੈਣਾ ਨਾ। ਇੱਕ ਪੱਥਰ ਤੇ ਵੀ ਜਦੋਂ ਸੱਟ ਵੱਜਦੀ ਤਾਂ ਫੇਰ ਹੀ ਚੰਗਿਆੜੀ ਨਿਕਲਦੀ ਹੈ, ਨਹੀਂ ਤਾਂ ਉਦਾਂ ਪਿਆ ਰਵੇ, ਪਤਾ ਹੀ ਨਹੀਂ ਲੱਗਣਾ ਇਹਦੇ ਅੰਦਰ ਅੱਗ ਹੈ। ਤਾਂ ਹੀ ਤਾਂ ਕਹਿੰਦਾ ਜੂ ਤਿਲਨ ਮੇ ਤੇਲ ਹੈ, ਜੂ ਚਕਮਕ ਮੇ ਆਗ। ਚਕਮਕ ਪੱਥਰ ਨੂੰ ਕਿਹਾ ਜਾਂਦਾ ਹੈ ਕਿ ਜਿਹਦਾ ਪੱਥਰ ਦੇ ਅੰਦਰ ਅੱਗ ਛੁਪੀ ਹੋਈ ਹੈ, ਤਿਲਾਂ ਦੇ ਵਿੱਚ ਤੇਲ ਛੁਪਿਆ ਹੋਇਆ ਹੈ। ਪਰ ਤੇਲ ਕਦੋਂ ਨਿਕਲਦਾ? ਜਦੋਂ ਤਿਲਾਂ ਨੂੰ ਕੋਲੂ 'ਚ ਪਾਇਆ ਜਾਂਦਾ ਹੈ। ਚਕਮਕ ਚੋਂ ਅੱਗ ਕਦੋਂ ਨਿਕਲਦੀ? ਜਦੋਂ ਉਹਨੂੰ ਰਗੜਿਆ ਜਾਂਦਾ ਹੈ। ਉਹ ਕਹਿੰਦੇ ਇਸੇ ਤਰ੍ਹਾਂ ਤੇਰਾ ਸਾਈਂ ਤੁਝ ਮੇ ਹੈ, ਤੈਨੂੰ ਵੀ ਜਾਗਣਾ ਪੈਣਾ ਹੈ, ਰਗੜਾ ਲਾਣਾ ਪੈਣਾ ਹੈ। ਮਤਲਬ ਕੀ ਹੈ? ਮਿਹਨਤ ਕਰਨੀ ਪੈਣੀ ਹੈ, ਫੇਰ ਹੀ ਤੇਰੇ ਅੰਦਰੋਂ ਸ਼ਕਤੀ ਬਾਹਰ ਆਏਗੀ। ਹੁਣ ਸ਼ਕਤੀ ਪਾਣਾ ਚਾਹੁੰਦੇ ਹੋ? ਨਹੀਂ। ਇੱਥੇ ਨੌਜਵਾਨ ਬੈਠੇ, ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਦੋਂ ਜਿਮ 'ਚ ਜਾ ਕੇ weight ਚੱਕਦੇ ਐ, ਐਕਸਰਸਾਈਜ਼ ਕਰਦੇ, ਮਿਹਨਤ ਕਰਦੇ ਐ, ਤਾਂ ਅੰਦਰੋਂ ਮਸਲ ਨਿਕਲਦੇ ਕਿ ਨਹੀਂ ਬਾਹਰ? ਆਉਂਦੇ ਕਿ ਨਹੀਂ ਬਾਹਰ? ਕਿੱਥੇ ਆ ਮਸਲ? ਉਹ ਅੰਦਰ ਹੀ ਹੈ ਨਾ। ਪਰ ਪ੍ਰਗਟ ਕਰਨ ਵਾਸਤੇ ਜ਼ੋਰ ਤਾਂ ਹੀ ਕਹਿੰਦੇ ਨੋ ਪੇਨ ਨੋ ਗੇਨ, ਕਿ ਜੇ ਅਸੀਂ ਪੇਨ ਬਰਦਾਸ਼ਤ ਕਰਨ ਨੂੰ ਤਿਆਰ ਹਾਂ ਤਾਂ ਗੇਨ ਵੀ ਫੇਰ ਹੀ ਹੋਏਗਾ। ਜਦੋਂ ਬੰਦਾ ਕਹਿੰਦਾ ਡੰਬਲ ਚੱਕਦਾ ਹੈ, ਲੈ ਵੀ ਜਿੰਨੇ ਭਾਰੇ ਡੰਬਲ ਚੱਕਣੇ ਆ, ਮਸਲ ਵੀ ਉਨੇ ਮਜ਼ਬੂਤ ਬਣਨੇ ਆ। ਇੱਕ ਬੰਦਾ 10 ਕਿਲੋ ਵਜ਼ਨ ਚੱਕਦਾ ਤਾਂ ਉਹਦੇ ਮਸਲ ਉਦਾਂ ਦੇ, ਇੱਕ ਬੰਦਾ 20 ਕਿਲੋ ਚੱਕਦਾ ਉਹਦੇ ਥੋੜੇ ਸਟਰੋਂਗ ਹੈ, ਇੱਕ 50 ਕਿਲੋ ਚੱਕਦਾ ਉਹਦੇ ਹੋਰ ਜ਼ਿਆਦਾ। ਕਿਉਂਕਿ ਜਿੰਨਾ ਅਸੀਂ ਮਿਹਨਤ ਕਰਨ ਨੂੰ ਤਿਆਰ ਆ, ਉਨੀ ਜਾਨ ਸਾਡੀ ਵੱਧਦੀ ਹੈ, ਉਨੀ ਮਜ਼ਬੂਤੀ ਸਾਡੀ ਵੱਧਦੀ ਹੈ। ਇਹ ਗੱਲ ਯਾਦ ਰੱਖਣਾ। ਤੁਸੀਂ ਆਮ ਨਾਰਮਲ ਨੌਜਵਾਨ ਕੋਈ ਵੀ ਨਾ ਇੱਕ ਡੰਬਲ 10 ਕਿਲੋ ਦਾ ਲੈ ਕੇ ਬਸ ਘਰ 'ਚ ਬਹਿ ਕੇ ਇਦਾਂ ਦਾ ਕਰਨਾ ਸ਼ੁਰੂ ਕਰ ਦੇਵੇ ਇੱਕ ਬਾਂਹ ਨਾਲ, ਅਸੀਂ ਕਹਾਂਗੇ ਹਫ਼ਤੇ 10 ਦਿਨਾਂ ਬਾਅਦ ਇਹ ਬਾਂਹ 'ਚ ਤੇ ਇਹ ਬਾਂਹ 'ਚ ਫਰਕ ਦੇਖ ਲਿਓ ਕਿ ਉਹ weight ਚੱਕਣਾ ਇੱਕ ਬਾਂਹ ਤੁਹਾਡੀ, ਉਹਦੇ ਮਸਲ ਗੇਨ ਹੋਣੇ ਸ਼ੁਰੂ ਹੋ ਜਾਣਗੇ, ਯਾਨੀ ਸਟਰੋਂਗ ਹੋਣੇ ਸ਼ੁਰੂ ਹੋ ਜਾਣਗੇ। ਤਾਂ ਦੂਜੀ ਉੱਥੇ ਹੀ ਰਹੇਗੀ, ਕਿਉਂਕਿ ਇੱਕ ਨਾਲ ਜ਼ੋਰ ਲੱਗ ਰਿਹਾ, ਦੂਜੇ ਨਾਲ। ਇਹੀ ਸਾਡੀ ਜ਼ਿੰਦਗੀ ਹੈ ਕਿ ਕੁਦਰਤ ਕਹਿੰਦੀ ਹੈ ਮੈਂ ਤੇਰੇ ਅੰਦਰ ਸ਼ਕਤੀਆਂ ਰੱਖੀਆਂ ਹੈ, ਪਰ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਤੈਨੂੰ ਮਿਹਨਤ ਕਰਨੀ ਪੈਣੀ ਹੈ। ਕਿਉਂਕਿ ਮਿਹਨਤ ਕਰਕੇ ਹੀ, ਜਿੱਦਾਂ ਦੱਸੀਦਾ ਨਾ, ਜੂ ਹੀ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ, ਇੱਕ ਜਨੂਨ ਸਾ ਦਿਲ में जगाना पड़ता है। पूछा किसी ने चिड़िया से कैसे बना घोंसला तेरा, तो बोली बार बार भरनी पड़ती है उड़ान, तिनका तिनका उठाना पड़ता है। कि चिड़िया भी घोंसला बनाने वास्ते ना बार बार उड़ती है, एक एक तिनका लिया के बनाती है, कितनी मेहनत करनी पैंदी है, पर वो उदों तक लगी है जब तक ਉਹਦਾ घोंसला ਤਿਆਰ ਨਾ ਹੋ ਜਾਵੇ। ਇਹੀ ਤਾਂ ਕੁਦਰਤ ਦਾ ਨਿਯਮ ਹੈ। ਇਸ ਲਈ
ਜਿਹੜੇ ਧਿਆਨ ਕਰਨ ਨੂੰ ਤਿਆਰ ਹੈ, ਸਤਸੰਗ ਵਿੱਚ ਜਾਣ ਨੂੰ ਤਿਆਰ ਹੈ, ਨੇਕ ਮਾਰਗ ਤੇ ਚੱਲਣ ਨੂੰ ਤਿਆਰ ਹੈ, ਫਿਰ ਜੀਵਨ 'ਚ ਤਰੱਕੀ ਵੀ, ਖੁਸ਼ੀਆਂ ਵੀ, ਕਾਮਯਾਬੀ ਵੀ ਉਹਨੂੰ ਹੀ ਮਿਲਦੀ ਹੈ। ਸੋ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਕਿ ਨਹੀਂ? ਜਿੱਦਾਂ ਦੱਸਿਆ ਜੀਵਨ 'ਚ ਦੁੱਖ ਹੈ, ਖੁਸ਼ੀ ਚਾਹੁੰਦੇ ਹੋ ਕਿ ਨਹੀਂ? ਸੁੱਖ ਚਾਹੁੰਦੇ ਹੋ ਕਿ ਨਹੀਂ? ਤਾਂ ਹੁਣ ਜਦੋਂ ਸਵਾਲ ਕੀਤਾ ਕਿ ਪਿਆਸ ਲੱਗੀ ਹੈ ਤਾਂ ਪਿਆਸ ਮਿਟਾਣੀ ਹੈ ਤਾਂ ਪਾਣੀ ਕੋਲ ਜਾਣਾ ਹੀ ਪੈਣਾ, ਭੁੱਖ ਲੱਗੀ ਹੈ ਤਾਂ ਭੋਜਨ ਜਾ ਕੇ। ਹੁਣ ਜੇ ਜੀਵਨ 'ਚ ਦੁੱਖ ਹੈ ਤਾਂ ਕੀ ਕਰਦੇ ਅਸੀਂ ਉਹਦੇ ਵਾਸਤੇ? ਜਰਾ ਸੋਚ ਕੇ ਦੇਖੋ, ਪੁੱਛ ਕੇ ਦੇਖੋ ਆਪਣੇ ਆਪ ਨੂੰ। ਬੰਦਾ ਪਤਾ ਕੀ ਕਰਦਾ ਹੈ? ਆ ਜੀਵਨ 'ਚ ਦੁੱਖ ਬੜਿਆ, ਲੱਗਦਾ ਗ੍ਰਹਿ ਮਾੜਾ ਹੈ ਮੇਰਾ, ਜਾਵਾਂ ਕਿਸੇ ਪੰਡਤ ਜੋਤਸ਼ੀ ਕੋ, ਗ੍ਰਹਿ ਨੂੰ ਠੀਕ ਕਰਾਂ। ਉਹ ਗ੍ਰਹਿ ਨੂੰ ਨਹੀਂ, ਗ੍ਰਹਿ ਦੀ ਫਿਕਰ ਨਾ ਕਰ, ਇਹ ਗ੍ਰਹਿ ਨੂੰ ਬਣਾਉਣ ਵਾਲੇ ਸਵਾਮੀ ਦੀ ਫਿਕਰ ਕਰ। ਸਮਝਦੇ? ਉਹਦੇ ਨਾਲ ਜੁੜ, ਕਿਉਂਕਿ ਉਹਦੇ ਨਾਲ ਜੁੜੇਗਾ ਤਾਂ ਤੇਰੀਆਂ ਸਾਰੀਆਂ ਦਰਦਾਂ, ਤਕਲੀਫਾਂ, ਦੁੱਖਾਂ ਦਾ, ਕਿਉਂਕਿ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ, ਦਰਦਾਂ ਤੋਂ ਆਰਾਮ ਉਦੋਂ ਹੀ ਮਿਲਣੇ ਜਦੋਂ ਰਾਮ ਮਿਲਣੇ ਆ, ਨਹੀਂ ਤਾਂ ਭਟਕੀ ਜਾ। ਫਿਰ ਅੱਜ ਰਾਮ ਨੂੰ ਯਾਨੀ ਪ੍ਰਭੂ ਨੂੰ, ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ, ਤਾਂ ਰੌਲਾ ਪਾਈ ਜਾਂਦੇ ਆ। ਮੇਰੇ ਜੀਵਨ 'ਚ ਬੜੇ ਦੁੱਖ ਹੈ, ਮੇਰੇ ਜੀਵਨ 'ਚ ਬੜੀਆਂ ਪਰੇਸ਼ਾਨੀਆਂ ਹੈ, ਮੇਰੇ ਜੀਵਨ 'ਚ ਬੜੀਆਂ ਚਿੰਤਾਵਾਂ ਹੈ। ਇਹ ਰੱਬਾ ਕਾਹਦੀ ਜ਼ਿੰਦਗੀ, ਕਾਹਦਾ ਜੀਵਨ? ਉਹ ਰੱਬ ਕਹਿੰਦਾ ਮੈਂ ਤਾਂ ਜ਼ਿੰਦਗੀ ਆਨੰਦ ਲੈਣ ਵਾਸਤੇ ਦਿੱਤੀ ਸੀ, ਮੈਂ ਤਾਂ ਜੀਵਨ ਖੁਸ਼ੀਆਂ ਵਾਸਤੇ ਦਿੱਤਾ ਸੀ, ਪਰ ਤੂੰ ਹੀ ਉੱਥੇ ਨਹੀਂ ਪਹੁੰਚਦਾ ਜਿੱਥੇ ਖੁਸ਼ੀ ਹੈ, ਤੂੰ ਹੀ ਆਲੇ ਦੁਆਲੇ ਭਟਕੀ ਜਾਂਦਾ ਹੈ। ਹੁਣ ਸਮਝ ਲਓ ਕਿਸੇ ਨੇ ਦਿੱਲੀ ਜਾਣਾ ਹੋਵੇ, ਦਿੱਲੀ ਦਾ ਰਸਤਾ ਸਿੱਧਾ ਹੈ ਪਰ ਬੰਦਾ ਹੀ ਭਟਕ ਜਾਵੇ, ਫਿਰ ਕਹੇ ਰੱਬਾ ਕਿੱਦਾਂ ਦੀ ਦਿੱਲੀ ਬਣਾਈ ਹੈ, ਮਿਲਦੀ ਨਹੀਂ ਪਈ ਮੈਨੂੰ। ਤਾਂ ਰੱਬ ਨੇ ਇਹ ਥੋੜੀ ਕਹਿਣਾ ਦਿੱਲੀ ਦਾ ਰਸਤਾ ਭਾਈ ਤੂੰ ਫੜਿਆ ਕਿੱਥੇ ਹਾਲੇ? ਸਹੀ ਬੱਸ 'ਚ ਚੜ੍ਹੇਗਾ, ਸਹੀ ਟ੍ਰੇਨ ਫੜੇਗਾ ਤਾਂ ਹੀ ਮੰਜ਼ਿਲ ਤੇ ਪਹੁੰਚੇਗਾ। ਉਹ ਟ੍ਰੇਨ ਹੀ ਤੂੰ ਗਲਤ ਫੜੀ ਹੈ ਤਾਂ ਮੇਰਾ ਦੋਸ਼ ਕੀ ਹੈ? ਹੋਰ ਸਮਝ ਆ ਰਹੀ ਕਿ ਨਹੀਂ? ਇਸੇ ਤਰ੍ਹਾਂ ਰੱਬ ਨੂੰ ਦੋਸ਼ ਦੇਣ ਦੀ ਬਜਾਏ ਇਹ ਦੇਖੋ ਕਿ ਜੇ ਮੈਂ ਤੰਦਰੁਸਤੀ ਚਾਹੁੰਦਾ ਤਾਂ ਮੈਂ ਕਿਤੇ ਗਲਤ ਰਸਤੇ ਦਾ ਨਹੀਂ ਲੱਭ ਰਿਹਾ ਹੈ। ਜਰਾ ਸੋਚ ਕੇ ਦੇਖੋ, ਚਾਹੁੰਦਾ ਬੰਦਾ ਤੰਦਰੁਸਤੀ ਹੈ ਤਾਂ ਖਾਂਦਾ ਪੀਂਦਾ ਕੀ ਹੈ? ਉਹਦਾ ਖਾਣ ਪਾਣ ਕੈਸਾ ਹੈ? ਉੱਠਣਾ ਸੋਣਾ ਜਾਗਣਾ ਕੈਸਾ ਹੈ? ਹਾਲਾਂਕਿ ਤੰਦਰੁਸਤੀ ਦਾ ਮਾਰਗ ਜਿੱਦਾਂ ਦੱਸਿਆ ਹੈ ਕਿ ਥੋੜਾ ਬੰਦਾ ਆਪਣੇ ਬਾਡੀ ਨੂੰ ਅਗਰ ਫਿੱਟ ਕਰਨਾ ਚਾਹੁੰਦਾ ਤਾਂ ਕੋਈ ਐਕਸਰਸਾਈਜ਼ ਕਰੇ, ਕੋਈ ਅੱਛੀ ਖੁਰਾਕ ਖਾਵੇ, ਕੋਈ ਮੈਡੀਟੇਸ਼ਨ ਕਰੇ, ਇਹ ਰਸਤਾ ਤੰਦਰੁਸਤੀ ਦਾ। ਪਰ ਤੁਰਿਆ ਬੰਦਾ ਕਿੱਥੇ ਹੈ? ਹੁਣ ਚਾਹੁੰਦਾ ਬੰਦਾ ਤੰਦਰੁਸਤੀ ਹੈ ਤਾਂ ਜਾਂਦਾ ਠੇਕਿਆਂ ਵੱਲ ਹੈ, ਫੇਰ ਕਹਿੰਦਾ ਰੱਬਾ ਤੰਦਰੁਸਤੀ ਨਹੀਂ ਮਿਲਦੀ। ਚਾਹੁੰਦਾ ਬੰਦਾ ਤੰਦਰੁਸਤੀ ਹੈ ਤਾਂ ਉਹਦੀ ਪਲੇਟ 'ਚ ਕੀ ਹੁੰਦਾ ਹੈ? ਛੋਲੇ ਪੂੜੀਆਂ, ਛੋਲੇ ਭਟੂਰੇ, ਪੀਜੇ, 버ਗਰ ਔਰ ਮਿੱਠੀਆਂ ਚੀਜ਼ਾਂ। ਐਨ ਕਈ ਜਗ੍ਹਾ ਦੇਖੇ ਨਾ, ਅਸੀਂ ਹੈਰਾਨ ਰਹਿ ਜਾਂਦੇ ਜਦੋਂ ਦੇਖੀਦਾ ਹੈ ਕਿ ਵਿਆਹਾਂ 'ਚ ਨਾ ਪਹਿਲਾਂ ਰਸਗੁੱਲੇ, ਲੱਡੂ, ਜਲੇਬੀਆਂ, ਬਰਫੀ ਸਭ ਕੁਝ ਉੱਪਰ ਰੱਖਿਆ ਹੁੰਦਾ, ਫਿਰ ਕਹਿੰਦਾ ਰੱਬਾ ਮੈਨੂੰ ਸ਼ੂਗਰ ਨਾ ਹੋਵੇ। ਰੱਬ ਕਹਿੰਦਾ ਖਾਣ ਪਾਣ ਨਾਲ ਧਿਆਨ ਦੇ, ਇਦਾਂ ਦੀਆਂ ਚੀਜ਼ਾਂ ਖਾਣੀਆਂ, ਸ਼ੂਗਰ ਤਾਂ ਹੋਣੀ ਹੈ। ਖੁਰਾਕ ਆਪਣੀ ਗਲਤ ਹੈ ਤਾਂ ਦੋਸ਼ ਮੈਨੂੰ ਬਿਮਾਰੀ ਕਿਉਂ ਹੋ ਗਈ? ਹੁੰਦਾ ਕਿ ਨਹੀਂ ਏਦਾਂ? ਇਹਨੇ ਥੋੜਾ ਜਿਹਾ ਆਪਣਾ ਵੀ ਧਿਆਨ ਰੱਖਣਾ ਹੈ ਕਿ ਭਾਈ ਠੀਕ ਹੈ ਵਿਆਹ 'ਚ ਮਠਿਆਈ ਫ੍ਰੀ ਦੀ ਹੈ, ਪਰ ਪੇਟ ਔਰ ਸਰੀਰ ਮੇਰਾ ਆਪਣਾ ਹੈ, ਫ੍ਰੀ ਦੀ ਚੀਜ਼ ਨੇ ਇਹਨੂੰ ਥੋੜੀ ਖਰਾਬ ਕਰਨਾ ਹੈ। ਮੈਂ ਸੋਚ ਕੇ ਦੇਖੋ ਜ਼ਰਾ। ਇਸ ਲਈ 2 ਘੰਟੇ ਭੁੱਖ ਬਰਦਾਸ਼ਤ ਕਰ ਲਓ, ਪਰ ਗਲਤ ਚੀਜ਼ ਮੈਂ ਨਹੀਂ ਖਾਣੀ। ਅਸੀਂ ਆਪਣੇ ਐਗਜ਼ਾਮਪਲ ਕਈ ਵਾਰ ਦੇਈਦੇ ਹੁੰਦੇ ਆ ਕਿ ਸਾਡੇ ਕਈ ਵਾਰ ਦਿਨ 'ਚ 2-2 ਪ੍ਰੋਗਰਾਮ ਹੁੰਦੇ ਆ। ਇੱਕ ਵਾਰ ਇੱਕ ਪ੍ਰੋਗਰਾਮ ਸੀ ਸਾਡਾ ਅੰਮ੍ਰਿਤਸਰ ਵੱਲ, ਪਹਿਲਾਂ ਇੱਕ ਪ੍ਰੋਗਰਾਮ ਚਰਨ ਪ੍ਰਵੇਸ਼ ਸੀ, ਉੱਥੇ ਗਏ, ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਗਏ, ਸਤਸੰਗ ਕੀਤਾ। ਤਾਂ ਹੁਣ 2 ਜਗ੍ਹਾ ਪ੍ਰੋਗਰਾਮ ਸੀ। ਤਾਂ ਜਦੋਂ ਭੁੱਖ ਲੱਗ ਗਈ ਸਾਨੂੰ, ਤਾਂ ਉਸ ਵੇਲੇ ਰਾਜੂ ਸੀ ਨਾਲ, ਕਹਿੰਦਾ ਮਾਲਕੋ ਅੱਜ ਤੁਸੀਂ ਖਾਧਾ ਕੁਛ ਨਹੀਂ ਹੈ ਕਿ ਭੁੱਖ ਤਾਂ ਲੱਗੀ ਹੈ। ਜਿੱਦਾਂ ਹੀ ਅਸੀਂ ਦੂਜੇ ਪ੍ਰੋਗਰਾਮ ਦੇ ਅੰਦਰ ਗਏ ਨਾ, ਉੱਥੇ ਹਲਵਾਈ ਗਰਮ ਸਮੋਸੇ ਕੱਢ ਰਿਹਾ ਸੀ। ਇਹ ਕਿਹਾ ਸਮੋਸੇ ਦੀ ਸਮੈਲ ਦੇਖ ਕਿੰਨੀ ਵਧੀਆ ਹੈ ਨਾ, ਕਹਿੰਦਾ ਮੈਂ ਹੁਣੇ ਹੀ ਲੈ ਕੇ ਆਇਆ। ਮਾਲਕਾਂ ਨੇ ਸਮੋਸੇ ਸਮੈਲ ਗਿਆ ਹਲਵਾਈ ਦੇ ਹੱਥ ਉੱਤੋਂ ਆਏ ਸਮੋਸੇ ਲੈ ਕੇ ਆਇਆ, ਸਾਡੇ ਸਾਹਮਣੇ ਰੱਖਦੇ, ਕਹਿੰਦਾ ਮਾਲਕ ਗਰਮ ਖਾ ਲਓ। ਅਸੀਂ ਦੇਖਿਆ 2 ਮਿੰਟ, ਇਹ ਕਿ ਰਾਜੂ ਭੁੱਖ ਤਾਂ ਸੱਚੀ ਬਹੁਤ ਲੱਗੀ ਹੈ, ਦਿਲ ਵੀ ਕਰਦਾ ਖਾਣ ਨੂੰ, ਪਰ ਸਾਡੀ ਅੰਦਰੋਂ ਬੁੱਧੀ ਕੀ ਕਹਿ ਰਹੀ ਹੈ ਸਾਡੀ ਸਿਹਤ ਵਾਸਤੇ ਅੱਛਾ ਨਹੀਂ ਹੈ। 2 ਘੰਟੇ ਭੁੱਖ ਬਰਦਾਸ਼ਤ ਕਰ ਲੈਣੀ ਹੈ, ਇਹਨੂੰ ਪਰੇ ਕਰਦੇ। ਅਸੀਂ ਖਾਧਾ ਨਹੀਂ ਤਾਂ ਬੰਦਾ ਕਹਿੰਦਾ ਭੁੱਖ ਲੱਗੀ ਅੱਜ ਤਾਂ 10 ਸਮੋਸੇ ਖਾਣੇ ਆ ਨਾਲ ਚਟਣੀ। ਹੁਣ ਉੱਥੇ ਅਸੀਂ ਖਾ ਸਕਦੇ ਸੀ, ਬਲਕਿ ਉਹਨਾਂ ਨੂੰ ਖੁਸ਼ੀ ਹੋਣੀ ਸੀ ਹਲਵਾਈਆਂ ਨੂੰ, ਮਾਲਕਾਂ ਨੇ ਸਮੋਸੇ ਖਾਦੇ, ਪਰ ਸਾਨੂੰ ਪਤਾ ਸਾਡੀ ਸਿਹਤ ਵਾਸਤੇ ਅੱਛਾ ਨਹੀਂ ਹੈ। ਭੁੱਖ ਬਰਦਾਸ਼ਤ ਕਰ ਲੈਣੀ ਹੈ, ਪਰ ਗਲਤ ਚੀਜ਼ ਨਹੀਂ ਖਾਣੀ ਕਿ ਜਿਹਦਾ ਸਾਡੀ ਬਾਡੀ ਨੂੰ ਕੋਈ ਫਾਇਦਾ ਨਹੀਂ ਹੈ। ਕਿਉਂਕਿ ਅਸੀਂ ਸਵਾਦ ਵਾਸਤੇ ਨਹੀਂ ਖਾਂਦੇ, ਅਸੀਂ ਖਾਂਦੇ ਆਪਣੀ ਸਿਹਤ ਵਾਸਤੇ। ਕਿਉਂਕਿ ਸਿਹਤ, ਜੇ ਹੁਣ ਤੁਸੀਂ 100 ਸਾਲ ਜੀਣਾ ਹੈ ਨਾ, ਤਾਂ ਉੱਥੇ ਸਮੋਸਿਆਂ ਨੇ ਕੰਮ ਨਹੀਂ ਆਣਾ, ਤੁਹਾਡੀ ਸਿਹਤ ਨੇ ਕੰਮ ਆਣਾ। ਇਸ ਲਈ ਉਹ ਚੀਜ਼ ਨੂੰ ਫਿੱਟ ਰੱਖੋ ਜਿਹੜੀ ਤੁਹਾਡੇ ਵਾਸਤੇ ਜ਼ਰੂਰੀ ਹੈ। ਨਹੀਂ ਤਾਂ ਇਹ ਕਹਾਣੀਆਂ ਸਿਰਫ ਉਦਾਂ ਨਹੀਂ, ਪੁੱਛ ਲਓ ਮੁੰਡਿਆਂ ਨੂੰ, ਸਮਝਦੇ ਹੋ ਕਿ ਨਹੀਂ ਕਿ ਅਸੀਂ ਆਪਣੇ ਖਾਣ ਪਾਣ ਦਾ ਨਾ ਰੁੱਖੀ ਰੋਟੀ ਖਾਣਾ ਪਸੰਦ ਕਰ ਲਵਾਂਗੇ, ਪਰ ਕਦੀ ਇਹ ਨਹੀਂ ਕਹਾਂਗੇ ਤਲੀ ਹੋਈ ਆਹ ਚੀਜ਼ ਖਾਈਏ। ਕਿਉਂਕਿ ਹੈਲਥ ਸਭ ਤੋਂ ਪਹਿਲਾਂ, ਤਾਂ ਹੀ ਤਾਂ ਕਹਿੰਦੇ ਨੇ ਹੈਲਥ ਇਜ਼ ਕੀ ਕਿਹਾ ਹੈ? ਵੈਲਥ ਦਾ ਮਤਲਬ ਹੁੰਦਾ ਖਜ਼ਾਨਾ, ਦੌਲਤ, ਧਨ, ਸੰਪਤੀ। ਕਿ ਤੁਹਾਡੀ ਅਸਲੀ ਸੰਪਤੀ ਉਹ ਨਹੀਂ ਹੈ ਜੋ ਤੁਹਾਡੀ ਜੇਬ 'ਚ ਹੈ। ਕਿੰਨੇ ਪੈਸੇ ਹੈ? 10,000 ਹੈ, 10 ਲੱਖ ਹੈ,
ਨਹੀਂ ਜੇ ਤੁਹਾਡੀ ਆ ਹੈਲਥ ਖਰਾਬ ਹੈ ਨਾ 10 ਲੱਖ ਵੀ ਕਿਸੇ ਕੰਮ ਦਾ ਨਹੀਂ ਹੈ। ਨਹੀਂ ਸੋਚ ਕੇ ਦੇਖੋ ਕਿ ਬੰਦਾ ਕਹਿੰਦਾ ਮੇਰੇ ਬੈਂਕ 'ਚ 10 ਕਰੋੜ ਹੈ ਪਰ ਮੈਂ ਪਿਆ ਵੈਂਟੀਲੇਟਰ ਤੇ ਆ, ਮੇਰਾ ਦਿਲ ਉਹਨੂੰ ਨਾ 2 ਵਾਰ ਅਟੈਕ ਹੋ ਚੁੱਕਾ ਹੈ ਤਾਂ ਡਾਕਟਰ ਕਹਿੰਦੇ ਆਹ ਚੀਜ਼ ਨਹੀਂ ਖਾਣੀ, ਆਹ ਚੀਜ਼ ਨਹੀਂ ਖਾਣੀ, ਦੌੜਨਾ ਨਹੀਂ ਹੈ, ਤੁਰਨਾ ਨਹੀਂ ਹੈ, ਤਾਂ 10 ਕਰੋੜਾਂ ਨੂੰ ਮੈਂ ਕੀ ਕਰ ਲੈਣਾ ਜੇ ਮੇਰੀ ਸਿਹਤ ਹੀ ਠੀਕ ਨਹੀਂ ਹੈ। ਇਸ ਲਈ ਅਸਲੀ ਧਨ ਇਹਨੂੰ ਫਿੱਟ ਰੱਖੋ, ਇਹਦਾ ਪਹਿਲਾਂ ਖਿਆਲ ਕਰੋ। ਬਾਕੀ ਗੱਲਾਂ ਤਾਂ ਜੇ ਕਿਉਂਕਿ ਤੁਹਾਡਾ ਸਰੀਰ ਫਿੱਟ ਹੈ ਤਾਂ ਤੁਹਾਡੀ ਜੇਬ 'ਚ 10 ਰੁਪਏ ਨੇ ਉਹ ਵੀ ਸਵਾਦ ਦੇਣਗੇ, ਤਾਂ ਜੇ ਸਰੀਰ ਹੀ ਅਨਫਿੱਟ ਹੈ, ਬਿਮਾਰ ਹੋ ਤੁਸੀਂ, ਤਾਂ ਫਿਰ ਜੇਬ 'ਚ 10 ਲੱਖ ਹੈ ਉਹਨੂੰ ਵੀ ਕੀ ਸਵਾਦ ਦੇਣਾ ਤੁਹਾਨੂੰ। ਇਸ ਲਈ ਮਿਹਨਤ ਕਰੋ ਪਰ ਉਹਦੇ ਨਾਲ ਨਾਲ ਆਪਣੇ ਇਹ ਜੀਵਨ ਦਾ ਵੀ ਖਿਆਲ ਰੱਖੋ, ਖਾਣ ਪਾਣ ਦਾ ਖਿਆਲ ਰੱਖੋ, ਮੈਡੀਟੇਸ਼ਨ ਦਾ ਖਿਆਲ ਰੱਖੋ। ਕਿਉਂਕਿ ਕਿਉਂ ਬਾਰ-ਬਾਰ ਕਹਿੰਦੇ ਧਿਆਨ ਜ਼ਰੂਰ ਕਰੋ, ਸਿਮਰਨ ਜ਼ਰੂਰ ਕਰੋ, ਕਿਉਂਕਿ ਇਹਦੇ ਨਾਲ ਤੁਸੀਂ ਮਾਨਸਿਕ ਤੌਰ ਤੇ ਇੰਨੇ ਸਟਰੋਂਗ ਹੋ ਜਾਂਦੇ ਹੋ, ਮਜ਼ਬੂਤ ਹੋ ਜਾਂਦੇ ਹੋ ਕਿ ਬਾਹਰਲੀਆਂ ਚੀਜ਼ਾਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੁੰਦਾ। ਜਿੱਦਾਂ ਕਈ ਵਾਰ ਹੁੰਦਾ ਕਿ ਬੰਦਾ ਪੈਸੇ ਵਾਲਾ ਵੀ ਹੁੰਦਾ, ਸਭ ਕੁਝ ਹੁੰਦਾ, ਪਰ ਬਾਹਰ ਮਾੜਾ ਜਿਹਾ ਕੋਈ ਬੁਰਾ ਹੋ ਜਾਵੇ ਤਾਂ ਬੰਦਾ ਕਹਿੰਦਾ ਮੈਂ ਮਰ ਜਾਣਾ, ਉਹ ਸੁਸਾਈਡ ਕਰ ਲੈਂਦਾ ਹੈ। ਹੁਣ ਜਰਾ ਗੌਰ ਕਰਨਾ, ਕਈ ਵਾਰ ਹੁੰਦਾ ਕਿ ਨਹੀਂ, ਇੱਕ ਬੱਚਾ ਕਿਤੇ ਡਾਕਟਰ ਬਣਨ ਦੇ ਮੈਡੀਕਲ ਦੇ ਪੇਪਰ 'ਚੋਂ ਫੇਲ ਹੋ ਗਿਆ, ਉਹ ਖੁਦਕੁਸ਼ੀ ਕਰ ਲੈਂਦੇ, ਕੋਈ ਕਿਤੇ ਹੋ ਗਿਆ ਖੁਦਕੁਸ਼ੀ। ਕਿਉਂ? ਉਹ ਸਰੀਰ ਤਾਂ ਠੀਕ ਸੀ ਪਰ ਮਾਨਸਿਕ ਤੌਰ ਤੇ ਇੰਨਾ ਕਮਜ਼ੋਰ ਸੀ ਕਿ ਉਹਨੇ ਸੋਚਿਆ ਫੇਲ ਹੋ ਗਿਆ ਤਾਂ ਸਾਰਾ ਕੁਝ ਹੀ ਗਿਆ। ਨਹੀਂ, ਜਿਹੜੇ ਅੰਦਰੋਂ ਸਟਰੋਂਗ ਹੁੰਦੇ ਨਾ ਉਹ ਕਹਿੰਦੇ ਠੀਕ ਹੈ ਜੀ, ਅੱਜ ਨਹੀਂ ਦੁਬਾਰਾ ਮਿਹਨਤ ਕਰਕੇ ਆਪਣੀ ਮੰਜ਼ਿਲ ਨੂੰ ਪਾਣਾ ਹੈ। ਇਸ ਲਈ ਅੰਦਰੋਂ ਫਿੱਟ ਹੋਣਾ ਸਾਡਾ ਬਹੁਤ ਜ਼ਰੂਰੀ ਹੈ। ਔਰ ਦੂਜੀ ਗੱਲ ਫਿਰ ਕਹਾਂਗੇ ਲਾਸਟ ਵਿੱਚ, ਹੁਣ ਆਖਰੀ ਪੁਆਇੰਟ ਤੇ ਆ ਜਾਈਏ ਕਿ ਅਗਰ ਅਸੀਂ ਉਹ ਰੱਬ ਦੀਆਂ ਰਹਿਮਤਾਂ ਨੂੰ ਹਾਸਿਲ ਕਰਨਾ ਹੈ ਤਾਂ ਸਾਡੇ ਅੰਦਰ ਵਿਸ਼ਵਾਸ ਦਾ ਹੋਣਾ ਬਹੁਤ ਹੀ, ਕੀ ਵਿਸ਼ਵਾਸ? ਇਹ ਵਿਸ਼ਵਾਸ ਹੋਣਾ ਕਿ ਜਿਸ ਨੇ ਮੈਨੂੰ ਪੈਦਾ ਕੀਤਾ ਹੈ ਉਹ ਹਰ ਪਲ ਮੇਰੇ ਨਾਲ ਹੈ, ਉਹ ਮੈਨੂੰ ਹਰ ਦੁੱਖ ਤੋਂ ਬਚਾਏਗਾ। ਜੇ ਮੇਰੇ ਜੀਵਨ 'ਚ ਕੋਈ ਮੁਸੀਬਤ ਹੈ ਤਾਂ ਮੈਨੂੰ ਹਰ ਮੁਸੀਬਤ 'ਚੋਂ ਉਹ ਜ਼ਰੂਰ ਬਚਾਏਗਾ, ਜ਼ਰੂਰ ਮੈਨੂੰ ਕੱਢੇਗਾ। ਉਹਤੇ ਯਕੀਨ ਰੱਖਣਾ ਹੈ, ਕਦੀ ਨਿਰਾਸ਼ ਨਹੀਂ ਹੋਣਾ ਕਿ ਮੇਰਾ ਕੀ ਬਣੇਗਾ, ਕੀ ਹੋਏਗਾ, ਮੇਰਾ ਕੋਈ ਹੈ ਨਹੀਂ, ਮੈਨੂੰ ਕੋਈ ਪੁੱਛਦਾ ਨਹੀਂ। ਉਹ ਕਮਾਲ ਦੀ ਗੱਲ ਹੈ। ਜਰਾ ਹੁਣ ਗੌਰ ਕਰਕੇ ਦੇਖੋ, ਕਈ ਵਾਰ ਬੰਦਾ ਕਹਿੰਦਾ ਮੇਰਾ ਕੋਈ ਹੈ ਨਹੀਂ, ਮੈਨੂੰ ਕੋਈ ਪੁੱਛਦਾ ਨਹੀਂ ਹੈ। ਉਹ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਕੋਈ ਸਾਥ ਦੇਵੇ ਨਾ ਦੇਵੇ, ਇੱਕ ਸ਼ਕਤੀ ਹੈ ਜਿਹੜੀ ਹਮੇਸ਼ਾ ਤੁਹਾਡਾ ਸਾਥ ਦੇ ਰਹੀ ਹੈ, ਉਹ ਤੁਹਾਡੇ ਨਾਲ ਹੈ, ਉੱਤੇ ਯਕੀਨ ਕਰਨਾ ਹੈ। ਇਸ ਲਈ ਕਹਿੰਦੇ ਸਾਥ ਜਬ ਸੇ ਹੈ तुम्हारा मिल गया, डूबते दिल को किनारा मिल गया, क्या जरूरत अब सहारों की मुझे, जब मुझे तेरा सहारा मिल गया। ਹੁਣ ਆਪਣੇ ਆਪ ਨੂੰ ਕਹੋ ਕਿ ਮੈਨੂੰ ਬਸ ਉਹ ਰੱਬ ਦਾ ਸਹਾਰਾ, ਮੇਰੇ ਮਾਲਿਕ ਦਾ, ਪਰਮਾਤਮਾ ਦਾ ਸਹਾਰਾ ਚਾਹੀਦਾ ਹੈ। ਜੇ ਉਹ ਮੇਰੇ ਨਾਲ ਹੈ ਨਾ ਤਾਂ ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਬਲਕਿ ਮੈਂ ਦੂਜਿਆਂ ਦਾ ਸਹਾਰਾ ਬਣ ਕੇ ਉਹਦੇ ਵਾਸਤੇ ਖੜਾ ਹੋਊਂਗਾ। ਜ਼ਿੰਦਗੀ ਤਾਂ ਇਹ ਹੈ। ਹਾਏ ਮੇਰਾ ਕੋਈ ਹੈ ਨਹੀਂ, ਮੇਰਾ ਕੋਈ ਸਾਥ ਦੇਣ ਵਾਲਾ ਹੈ ਨਹੀਂ, ਕਿਉਂ ਮੁਹਤਾਜ ਬਣੇ ਹੋ? ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾਓ ਕਿ ਮੈਂ ਦੂਜਿਆਂ ਦਾ ਸਾਥ ਦੇਣਾ ਹੈ, ਕਿਉਂਕਿ ਮੇਰਾ ਸਾਥ ਦੇਣ ਵਾਲਾ ਮੇਰਾ ਮਾਲਿਕ ਮੇਰੇ ਵਾਸਤੇ ਕਾਫੀ ਹੈ। ਇੰਨਾ ਵਿਸ਼ਵਾਸ ਰੱਖੋ ਆਪਣੇ ਮਾਲਿਕ ਤੇ, ਤਾਂ ਫਿਰ ਤੁਸੀਂ ਦੇਖੋ ਤੁਹਾਡੇ ਜੀਵਨ 'ਚ ਕੋਈ ਦੁੱਖ ਹੈ ਨਾ ਇਸ ਵੇਲੇ, ਕਿਉਂਕਿ ਅੰਦਰ ਇੱਕ ਜੀਵ ਦੱਸ ਰਿਹਾ ਸੀ ਮੈਨੂੰ ਆਹ ਪ੍ਰੋਬਲਮ ਹੈ, ਆਹ ਤਕਲੀਫ ਹੈ, ਤਾਂ ਜਰਾ ਸੋਚੋ ਕਿ ਜੇ ਮੇਰਾ ਦੁੱਖ ਹੈ ਨਾ ਮੇਰੇ ਅੰਦਰ, ਤਾਂ ਮੇਰੇ ਮਾਲਿਕ ਦੀ ਰਹਿਮਤ ਵੀ ਮੇਰੇ ਅੰਦਰ ਹੀ ਹੈ। ਔਰ ਜੇ ਮਾਲਿਕ ਦੀ ਰਹਿਮਤ ਮੇਰੇ ਅੰਦਰ ਹੈ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਮਾਲਿਕ ਦੀ ਰਹਿਮਤ ਮੇਰੇ ਦੁੱਖ ਨੂੰ ਠੀਕ ਕਰੇਗੀ। ਇਸ ਲਈ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਜਰਾ ਦੇਖੋ ਇਹ ਚੀਜ਼ ਕਹਿਣ ਦੇ ਨਾਲ ਹੀ ਬੰਦੇ ਨੂੰ ਇੰਨੀ ਹਿੰਮਤ ਮਿਲ ਜਾਂਦੀ ਕਿ ਦੁੱਖ ਤਾਂ ਆਪਣੇ ਆਪ ਹੀ ਇਦਾਂ ਲੱਗਦੇ ਜਿੱਦਾਂ ਹੁਣ ਕਹਿੰਦੇ ਨਾ ਕੁੱਤੇ ਦੇ ਸਾਹਮਣੇ ਡੰਡਾ ਚੱਕ ਲਓ, ਕੁੱਤਾ ਆਪੇ ਦੁਮ ਦਵਾ ਕੇ ਦੌੜ ਜਾਂਦਾ ਹੈ। ਇਹ ਦੁੱਖਾਂ ਰੂਪੀ ਕੁੱਤੇ ਬਿੱਲੇ ਵੀ ਦੌੜ ਜਾਂਦੇ ਜਦੋਂ ਅਸੀਂ ਆਪਣੇ ਮਾਲਿਕ ਦੇ ਵਿਸ਼ਵਾਸ ਦੀ ਲਾਠੀ ਫੜ ਲੈਂਦੇ ਹਾਂ। ਸਮਝਦੇ ਹੋ ਕਿ ਨਹੀਂ? ਇਸ ਲਈ ਵਿਸ਼ਵਾਸ ਰੱਖੋ, ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਇਹ ਸੋਚੋ ਕਿ ਮੇਰੇ ਮਾਲਿਕ ਦੀ ਰਹਿਮਤ ਬਹੁਤ ਬੜੀ ਹੈ, ਉਹ ਹਰ ਮੁਸ਼ਕਿਲ ਦਾ ਹੱਲ ਕਰ ਸਕਦੀ ਹੈ, ਹਰ ਦੁੱਖ ਦਾ ਅੰਤ ਕਰ ਸਕਦੀ ਹੈ, ਕਿਉਂਕਿ ਉਹਦੀ ਰਹਿਮਤ ਬੇਅੰਤ ਹੈ। ਬਸ ਉਹਦੀ ਰਹਿਮਤ ਤੇ ਵਿਸ਼ਵਾਸ ਰੱਖਣਾ ਹੈ, ਤਾਂ ਫਿਰ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਏਗਾ। ਜੇ ਜੀਵਨ 'ਚ ਕੋਈ ਦੁੱਖ ਹੈ, ਮੁਸੀਬਤ ਹੈ, ਤਾਂ ਇਹ ਨਹੀਂ ਕਹਿਣਾ ਮੇਰੇ ਜੀਵਨ 'ਚ ਬੜੇ ਦੁੱਖ ਹੈ। ਇਹ ਸੋਚੋ ਮੇਰੇ ਰੱਬ ਨੇ ਹੱਲ ਰੱਖਿਆ, ਬਸ ਉੱਥੇ ਪਹੁੰਚਣਾ ਉਹਨਾਂ ਫਕੀਰਾਂ ਕੋਲ ਜਿੱਥੇ ਜਾ ਕੇ ਸਾਰੇ ਮਸਲੇ ਹੱਲ ਹੋ ਜਾਣੇ ਆ, ਜਿੱਥੇ ਜਾ ਕੇ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣੀਆਂ, ਉੱਥੇ ਪਹੁੰਚਣਾ ਹੈ ਮੈਂ। ਜਿੱਦਾਂ ਫਿਰ ਕਹਾਂਗੇ ਲਾਸਟ ਵਿੱਚ ਕਿ ਪਿਆਸ ਹੈ ਤਾਂ ਉੱਥੇ ਪਹੁੰਚਣਾ ਜਿੱਥੇ ਪਾਣੀ ਪੀਣ ਨਾਲ ਮੇਰੀ ਸਾਰੀ ਪਿਆਸ ਖਤਮ ਹੋ ਜਾਣੀ ਹੈ। ਇਹ ਨਹੀਂ ਕਹਿਣਾ ਹਾਏ ਜੀਵਨ ਤਾਂ ਦੁੱਖਾਂ ਦਾ ਘਰ ਹੈ। ਨਹੀਂ, ਜੇ ਦੁੱਖ ਹੈ ਹੱਲ ਵੀ ਹੈ, ਹੱਲ ਵਾਸਤੇ ਪਹੁੰਚਾਂ। ਜੇ ਨਹੀਂ ਕਿਸੇ ਨੂੰ ਹੱਲ ਮਿਲਦਾ ਨਾ, ਪਹੁੰਚੋ ਸਰਬ ਸਾਂਝਾ ਦਰਬਾਰ ਕਾਂਟੀਆਂ ਵਿਖੇ। ਨਾ ਹੱਲ ਹੋਣਗੇ ਤਾਂ ਫੇਰ ਕਿਹੋ ਸਾਨੂੰ।
ਕਿਉਂਕਿ ਮਾਲਿਕ ਦਾ ਘਰ ਹੈ ਹੀ ਰਹਿਮਤਾਂ ਵਾਲਾ। ਉੱਥੇ ਹਰ ਇਨਸਾਨ ਨੂੰ ਮੁਸ਼ਕਿਲ ਚੋਂ ਕੱਢਿਆ ਜਾਂਦਾ ਹੈ। ਕਿਉਂਕਿ ਦੱਸਣਾ ਚਾਹਾਂਗੇ ਕਿ ਕਰੋਨਾ ਦੇ ਵਿੱਚ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਨਾ, ਇੱਕ ਮਾਲਿਕ ਦੇ ਘਰ ਦਾ ਹੀ ਦਰਵਾਜ਼ਾ ਸੀ ਜਿਹੜਾ ਖੁੱਲ੍ਹਾ ਸੀ, ਜਿੱਥੇ ਇੱਕ ਦਿਨ ਵੀ ਦਰਬਾਰ ਬੰਦ ਨਹੀਂ ਹੋਇਆ। ਲੋਕ ਕਹਿੰਦੇ ਸੀ ਮਾਸਕ ਲਾ ਕੇ ਆਓ, ਮਾਸਕ ਲਾ ਕੇ ਮਿਲੋ। ਅਸੀਂ ਕਹਿੰਦੇ ਮਾਸਕ ਲਾ ਕੇ ਆਓ ਸਾਡੇ ਕੋਲ ਜਨਾਨਾ, ਜੇ ਸਾਡੇ ਕੋਲ ਖੜਨਾ ਮਾਸਕ ਲਾ ਕੇ ਨਾ ਕੋਈ ਦਰਬਾਰ 'ਚ ਆਇਓ। ਔਰ ਇਹ ਗਰੰਟੀ ਅਸੀਂ ਦਿੰਦੇ ਕਰੋਨਾ ਕਿਸੇ ਨੂੰ ਨਹੀਂ ਹੋਣ ਦਿੰਦੇ, ਕਿਉਂਕਿ ਯਕੀਨ ਹੋਣਾ ਚਾਹੀਦਾ ਆਪਣੇ ਆਪ ਤੇ, ਯਕੀਨ ਹੋਣਾ ਚਾਹੀਦਾ ਆਪਣੇ ਮਾਲਿਕ ਦੀ ਰਹਿਮਤ ਤੇ। ਤੇ ਜਿਹੜਾ ਜੇ ਬੰਦਾ ਸੋਚੇ ਨਾ ਹਾਏ ਮਾਸਕ ਲਾ ਕੇ ਦਰਬਾਰ 'ਚ ਗਿਆ ਤਾਂ ਕਿਤੇ ਮੈਨੂੰ ਕਰੋਨਾ ਨਾ ਹੋ ਜਾਵੇ, ਅਸੀਂ ਕਹਿੰਦੇ ਨਹੀਂ, ਇਹ ਮਾਲਿਕ ਦੀ ਰਹਿਮਤ ਦਾ ਘਰ ਹੈ। ਉਹ ਰੱਬ ਦੇ ਘਰ 'ਚ ਆ ਕੇ ਤਾਂ ਦੁੱਖ ਦੂਰ ਹੁੰਦੇ ਆ, ਉੱਥੇ ਕੋਈ ਦੁੱਖ ਪੱਲੇ ਥੋੜੀ ਪੈਂਦੇ ਆ, ਬਲਕਿ ਸਾਡੇ ਪੱਲੇ ਜਿਹੜੇ ਦੁੱਖ ਹੁੰਦੇ ਉਹ ਵੀ ਝੜ ਜਾਂਦੇ ਆ। ਇਹ ਤਾਕਤ ਹੈ ਉਹਦੀਆਂ ਰਹਿਮਤਾਂ ਦੀ। ਤਾਂ ਜੇ ਗੁਰੂ ਘਰ ਹੀ ਦਰਵਾਜ਼ੇ ਬੰਦ ਹੋ ਜਾਣ ਕਿ ਭਾਈ ਕਰੋਨਾ ਆ, ਜਦੋਂ ਠੀਕ ਹੋਏਗਾ ਫੇਰ ਆਈ, ਤੇ ਇਹਦਾ ਮਤਲਬ ਗੁਰੂ ਆਪ ਹੀ ਡਰਿਆ ਹੋਇਆ, ਤਾਂ ਨਾ ਸਾਨੂੰ ਕੀ ਮੁਸੀਬਤਾਂ ਤੋਂ ਬਚਾਉਣਾ। ਜਰਾ ਸੋਚ ਕੇ ਦੇਖੋ। तो कई जगह ਹੁੰਦਾ कि ਲੈ ਵੀ ਉਹ ਦਰਬਾਰ ਹਾਲੇ ਹੀ ਬੰਦ ਪਏ ਆ, ਕਿਉਂਕਿ ਕਰੋਨਾ ਕਰਕੇ ਤਾਲੇ ਲੱਗ ਗਏ। ਉਹ ਰੱਬ ਦੇ ਘਰ ਦੇ ਤਾਲੇ ਲੱਗ ਗਏ ਕਰੋਨਾ ਦੇ ਡਰ ਨਾਲ। ਤਾਂ ਜੇ ਕਰੋਨਾ 10 ਸਾਲ ਨਾ ਜਾਵੇ ਤਾਂ 10 ਸਾਲ ਤਾਲੇ ਬੰਦ ਹੀ ਰਹਿਣਗੇ। ਇਹ ਕਾਹਦਾ ਘਰ ਫਿਰ? ਗੁਰੂ ਤਾਂ ਉਹ ਹੈ ਜਦੋਂ ਮੁਸੀਬਤ ਹੋਵੇ, ਦੁੱਖ ਹੋਵੇ, ਉਹੀ ਤਾਂ ਟਾਈਮ ਹੈ। ਉਦੋਂ ਤਾਂ ਇੱਕ ਸੇਵਕ ਨੂੰ ਸਭ ਤੋਂ ਜ਼ਿਆਦਾ ਸਹਾਰੇ ਦੀ ਲੋੜ ਹੁੰਦੀ ਕਿ ਸਾਰੀ ਦੁਨੀਆ ਡਰੀ ਪਈ ਹੈ। ਉਹ ਮੇਰਾ ਮੁਰਸ਼ਦ ਐਸਾ ਹੈ ਜਿਹੜਾ ਨਾ ਆਪ ਡਰਿਆ ਤਾਂ ਨਾ ਸਾਨੂੰ ਡਰਨ ਦਿੰਦਾ ਹੈ। ਉਹ ਹੈ ਕਾਮਿਲ ਮੁਰਸ਼ਦ। और ये सच्ची गल कह रहे हैं, नहीं तो पुछ लियो किसी भी आके। एक दिन भी वीरवार नूं हर वीरवार सत्संग दरबार ते हुंदे रहे और दरबार ते संगत आंदी रही है। ठीक है, बेपरवाह होके आओ, क्योंकि अपने आप ते और अपने मालिक ते सानू इन्ना विश्वास है कि किसी नूं कुछ नहीं हुंदा। यकीन है ओदियां रहमतां दा। गल तां रब रब दी सारे करदे आ कि तू मेरा राखा सबनी ताईं, गल्लां तां सारे ही करदे है, पर मजा ते ना विश्वास भी करके देखो, वो गल नूं साबित भी करके दिखाओ। तो उदा कहना रब्बा मेरा राखा तू है, पर कुत्ते नूं देख के दरवाजा बंद कर लेना डर के। तो फिर रब ने कहना हुण भाई कित्थे गया तेरा विश्वास है? उदा कहना मेरा राखा। हुण इसलिए कहण दा मतलब दसना की चाहते हैं कि उदा ना तुसीं कुत्ते मोरे जाओ, क्योंकि रब ने समझ भी दित्ती है तो उदाहरण दे रहे हैं असीं। नहीं तो बंदा कहे वो कुत्ता घूमदा तो मैं जाके मूँह 'च हत्थ पा दे, मैं तू मेरा राखा सब नहीं था, इदां नहीं करनी। पर उदा असीं कहण लगे हैं कि कोई मुसीबत रूपी कुत्ता विला होवे ना तो डरना नहीं है। बोलो समझदे हो कि नहीं? वो तो डरना नहीं है, करना की है दस दी कि छोटा जा काम। हुण समझ लो तुसी एक छोटी जी गली चों लंघना होवे और वो गली 'च वज्जा एक कुत्ता, एक घर दा कुत्ता है, बड़ा खतरनाक कुत्ता है जिहड़ा भौंकदा बड़ा है। हुण जदों कुत्ता वज्जा होवे तुसी लंघना, उत्थों कुत्ता तुहानूं देख के भौंक रिहा, तो तुसी की करूं? कुत्ते नाल लड़ोगे? हुण जिहड़ा कुत्ते नाल लड़ेगा तो मूर्ख है, कुत्ते नाल लड़न विच दंद दुंद अपने लवाएगा। समझदार बंदा की कहेगा? वो कुत्ते नाल नहीं लड़ेगा, बल्कि कुत्ते के मालिक नूं आवाज़ मारेगा कि जरा बाहर आयो, देखो तुहाडा कुत्ता मैनूं तंग कर रहा है, जरा संभालो इहनूं, मैं अगे जाना है। फिर घर का मालिक की करेगा? आएगा, कुत्ते नूं कहेगा ओए टॉमी पीछे हट। कुत्ता जिन्ना मर्जी खतरनाक होए, मालिक दा हमेशा वफादार हुंदा, डरदा है उतों। जिहले मालिक कहेगा ना कुत्ते नूं ओए टॉमी पिछे आओ, तो कुत्ता दुम दबा के पिछे होएगा, कहना जाओ भाई तुहानूं नहीं रोकदा है, जाओ अगे जाओ। हुण इसी तरह जीवन च कोई दुख मुसीबत आवे जिथे बंदा कहे मेरा कंट्रोल नहीं चलता, तो उस वेले मैं जे आप कुछ नहीं कर सकता तो दुनिया के मालिक नूं आवाज मारा कि मेरे मालिक तू मेरी मदद कर, और रब आएगा, उसदी रहमत आएगी, दुखा नूं कही हट पिछे, ये मेरा प्यारा जान दे अगे जेड़ा रोक लेगा फिर। क्योंकि तुहाडा कंट्रोल चले ना चले, वो मालिक दा कंट्रोल, वो रब दा कंट्रोल, वो प्रभु दा कंट्रोल, वाहिगुरू अल्लाह दा कंट्रोल तो हर जगह चलदा कि नहीं? जिथे तुहाडा वस नहीं चलता उत्थे उहनूं याद करो कि मेरे मालिक साथ दे मेरा, इसलिए मैनूं तेरी रहमतां दी लोड़ है, आ मुसीबतां मैनूं डरा रही है, तंग कर रही हैं, हुण मेरा साथ दे। तो फिर रब भी कहेगा कि जे मेहनत तेरी है अगे वधण दी तो रहमत हुण मेरी है, कोई मुसीबत तैनूं रोक नहीं सकती, क्योंकि मेहनत तेरी तो रहमत मेरी। चल लगे सारिया मुसीबत आपे रास्ता छड्ड दिंदी, मंजिल मिलती चली जाएगी, पर कदम तो वधाना ही पैंदा ना, रब नूं याद तां। इस करके फिर कहांगे कि कोई मुसीबत परेशानी है तो डरन की लोड़ नहीं, मालिक के घर के दरवाजे 24 घंटे खुले है, जो मर्जी आओ, हर मुश्किल का हल मिलेगा और वो परमात्मा के घर का रास्ता मिलेगा। डरन की लोड़ नहीं है, क्योंकि परमात्मा ने हर मुश्किल का हल पहले ही रखा होया है, बस उत्थे तक पहुँचण की सानू जरूरत है। सो पहुँचो मालिक के दर ते पूरे विश्वास नाल, प्यार नाल, क्योंकि जिद्दां दसिया प्रेम नाल भरियां अखां, शरदा ना झुकिया सिर। शरदा यानी प्रेम और विश्वास हुंदा ना, बंदा निमा होके प्रेम दे नाल, निमरता दे नाल जदों आंदा है तो फिर मालिक दे घर दीयां खुशियां नूं
ਲੈ ਜਾਂਦਾ। ਇਸ ਲਈ ਆਓ ਪ੍ਰੇਮ ਨਾਲ, ਸ਼ਰਧਾ ਦੇ ਨਾਲ, ਵਿਸ਼ਵਾਸ ਦੇ ਨਾਲ, ਤਾਂ ਫਿਰ ਦੇਖੋ ਮਾਲਕ ਕਿੱਦਾਂ ਭਰਪੂਰ ਕਰਨਗੇ। ਕੋਈ ਕਮੀ ਉਹਦੇ ਘਰ 'ਚ ਨਹੀਂ ਹੈ। ਔਰ ਜਿਹੜਾ ਉਹਦਾ ਹੋ ਜਾਂਦਾ ਫਿਰ ਉਹਦੇ ਜੀਵਨ ਦੀਆਂ ਵੀ ਕਮੀਆਂ ਪੂਰੀਆਂ ਹੋ ਜਾਂਦੀਆਂ ਹੈ। ਇਸ ਲਈ ਸਮਝਾਉਣ ਨੂੰ ਤਾਂ ਬਹੁਤ ਕੁਛ ਹੈ, ਪਰ ਹੁਣ ਟਾਈਮ ਕਾਫੀ ਹੋ ਗਿਆ ਹੈ, ਕਿਉਂਕਿ ਦੇਖਿਆ ਕਈ ਬਰਾਤੀ ਵੀ ਇੱਥੇ ਬੈਠੇ ਵਿਚਾਰੇ, ਉਧਰ ਬਰਾਤ ਵਾਲੇ ਵੀ ਡੀਕਦੇ ਹੋਣੇ ਕਿ ਚੰਗੇ ਸਤਸੰਗ 'ਚ ਗਏ ਮੁੜ ਕੇ ਆਏ ਨਹੀਂ ਉਹ। ਸੋ ਇਸ ਲਈ ਹੁਣ ਸਤਸੰਗ ਨੂੰ ਥੋੜਾ ਸਮਾਪਤੀ ਤਰਫ ਲੈ ਕੇ ਜਾਈਏ ਕਿ ਮਾਲਕ ਤੁਹਾਡੀਆਂ ਸਭ ਦੀਆਂ ਤਕਲੀਫਾਂ ਨੂੰ ਦੂਰ ਕਰਨ। ਇਹੀ ਉਸ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਡੇ ਸਭ ਦੇ ਦੁੱਖਾਂ ਨੂੰ ਦੂਰ ਕਰਨ, ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਔਰ ਇੱਕ ਵਾਰ ਫਿਰ ਇਸ ਪਰਿਵਾਰ ਵਾਸਤੇ, ਕਿੱਥੇ ਪਰਿਵਾਰ ਦੇ ਮੈਂਬਰ ਬੈਠੇ, ਕਿੱਧਰ ਬੈਠੇ ਪਰਿਵਾਰ ਦੇ ਮੈਂਬਰ, ਇੱਧਰ ਬੈਠੇ ਆ। ਇੱਕ ਵਾਰ ਫਿਰ ਇਹਨਾਂ ਵਾਸਤੇ ਤਾੜੀ ਵਜਾਓ ਜ਼ੋਰ ਨਾਲ। ਦੇਖੋ ਅੱਜ ਅਗਰ ਇਹਨਾਂ ਨੇ ਆ ਤਿਆਰੀ ਨਾ ਕੀਤੀ ਹੁੰਦੀ, ਇਹ ਟਾਈਮ ਨਾਲ ਲਿਆ ਹੁੰਦਾ, ਇੰਨਾ ਆਨੰਦ ਆਣਾ ਸੀ। ਸਮਾਂ ਕਿ 2 ਬਰਾਤੀ ਵੀ ਸਾਨੂੰ ਕਹਿ ਗਏ ਮਾਲਕੋ ਧੰਨਵਾਦ ਇਹ ਪਰਿਵਾਰ ਦਾ, ਇਹਨਾਂ ਨੇ ਅੱਜ ਦੀ ਡੇਟ ਲਈ। ਉਧਰ ਸਾਡਾ ਵਿਆਹ ਸੀ ਤੇ ਇੱਧਰ ਦਰਸ਼ਨ ਵੀ ਹੋ ਗਏ ਸਨ। ਸੋ ਇੱਕ ਵਾਰ ਫਿਰ ਬਹੁਤ ਬਹੁਤ ਵਧਾਈ ਤੁਹਾਨੂੰ। ਮਾਲਕ ਆਪਣੀ ਰਹਿਮਤ ਸਦਾ ਬਣਾਏ ਰੱਖਣਗੇ। ਇਦਾਂ ਸਤਸੰਗ ਦੇ ਟਾਈਮ ਸਦਾ ਹੀ ਮਿਲਦੇ ਰਹਿਣ ਤਾਂ ਕਿ ਇੱਦਾਂ ਹੀ ਸਾਰੀ ਸੰਗਤ ਆਨੰਦ ਲੈਂਦੀ ਰਹੇ। ਸੋ ਮਾਲਕ ਤੁਹਾਨੂੰ ਸਭ ਨੂੰ ਖੁਸ਼ੀਆਂ ਦੇਣ, ਤੰਦਰੁਸਤੀ ਦੇਣ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਤੁਹਾਡੀਆਂ ਤਕਲੀਫਾਂ, ਦੁੱਖਾਂ ਨੂੰ ਮਾਲਕ ਦੂਰ ਕਰਨ, ਕੰਮਾਂ ਕਾਰਾਂ 'ਚ ਬਰਕਤ ਦੇਣ, ਸੁਖ ਸਮਰਿੱਧੀ ਦੇਣ। ਔਰ ਜੋ ਵੀ ਤੁਹਾਡੇ ਜੀਵਨ ਦੀਆਂ ਕਮੀਆਂ ਹੈ ਮਾਲਕ ਇਹਨਾਂ ਕਮੀਆਂ ਨੂੰ ਦੂਰ ਕਰਨ ਔਰ ਤੁਹਾਨੂੰ ਖੁਸ਼ੀਆਂ ਦੇ ਨਾਲ ਭਰਪੂਰ ਕਰਨ। ਜਰਾ ਹੱਸ ਕੇ ਦਿਖਾਓ ਸਾਰੇ, ਆਨੰਦ ਆਇਆ ਨਾ? ਤੇ ਹੱਸ ਕੇ ਦਿਖਾਓ, ਮੁਸਕਰਾ ਕੇ ਦਿਖਾਓ, ਖੁੱਲ ਕੇ ਜਰਾ। ਬਸ ਜਿੱਦਾਂ ਇਸ ਵੇਲੇ ਤੁਸੀਂ ਹੱਸ ਰਹੇ ਹੋ ਨਾ, ਖੁਸ਼ ਹੋ, ਆ ਮਾਲਕ ਇੰਨੀ ਕਿਰਪਾ ਕਰਨਗੇ ਖੁਸ਼ੀ ਤੁਹਾਡੇ ਜੀਵਨ 'ਚ ਸਦਾ ਬਣੀ ਰਵੇ। ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਸਦਾ ਬਣੀ ਰਵੇ। ਸਦਾ ਹੱਸਦੇ, ਮੁਸਕਰਾਉਂਦੇ, ਤੰਦਰੁਸਤ ਰਹੋ, ਖੁਸ਼ ਰਹੋ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਹੋਏ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।